ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ ਸਵਾਗਤ ਹੈ। ਰਾਜਨੀਤਿਕ ਤੌਰ ਤੇ ਜੇ ਦੇਖੀਏ ਤਾਂ ਪੰਜਾਬ ਦੀਆਂ ਚੋਣਾਂ ਅੱਜ ਕੌਮਾਂਤਰੀ ਪੱਧਰ ਤੇ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਨੇ ਉਹਨਾਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਕੈਨੇਡਾ ਦੀ ਧਰਤੀ ਤੇ ਅੱਜ ਘਰਾਂ 'ਚ ਗੱਲਾਂ ਹੁੰਦੀਆਂ ਕਿ ਪੰਜਾਬ ਦੀ ਵਾਗਡੋਰ ਕੌਣ ਸਾਂਭੇਗਾ, ਕਿ ਪੰਜਾਬ ਦੇ ਵਿੱਚ ਕੋਈ ਤਬਦੀਲੀ ਆਏਗੀ ਜਾਂ ਪੰਜਾਬ ਦੇ ਜਿਹੜੇ ਮੁੱਦੇ ਹਨ ਉਹਨਾਂ 'ਤੇ ਕੋਈ ਗੌਰ ਕਰੇਗਾ, ਜਾਂ ਫਿਰ ਇੱਕ ਰਾਸ਼ਟਰੀ ਰਾਜਨੀਤੀ ਜਿਹੜੀ ਹੈ ਉਸੇ ਦੀ ਖੇਡ ਪੰਜਾਬ ਦੇ ਵਿੱਚ ਖੇਡੀ ਜਾ ਰਹੀ ਹੈ। ਜਿਵੇਂ ਕਿ ਅੱਜ ਰੋਜ਼ ਸੁਣਨ ਨੂੰ ਮਿਲ ਰਿਹਾ ਹੈ ਕਿ ਦਿੱਲੀ ਤੋਂ ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਬੀਜੇਪੀ ਹੈ, ਚਾਹੇ ਕਾਂਗਰਸ ਹੈ ਜਾਂ ਜੋ ਮਰਜ਼ੀ, ਉਹ ਜੋ ਖੇਡ ਖੇਡ ਰਹੇ ਨੇ ਉਹ ਸਾਹਮਣੇ ਹੈ। ਅਕਾਲੀ ਬੀਜੇਪੀ ਬੇਸ਼ੱਕ ਵੱਖ ਹੋ ਚੁੱਕੇ ਨੇ, ਪਰ ਉਹਨਾਂ ਦੀ ਜਿਹੜੀ ਰਾਜਨੀਤਿਕ ਅਤੇ ਪੈਂਤੜੇਬਾਜ਼ੀ ਹੈ ਉਹ ਅੱਜ ਸਾਡੇ ਸਾਹਮਣੇ ਹੈ। ਕਿਸਾਨਾਂ ਦਾ ਇੱਕ ਗਰੁੱਪ ਚੋਣਾਂ ਦੇ ਵਿੱਚ ਕੁੱਦਿਆ, ਦੂਸਰੇ ਗਰੁੱਪ ਨੇ ਇਸ ਗੱਲ ਦੇ ਲਈ ਬਾਈਕਾਟ ਕਰਨ ਦੀ, ਅਤੇ ਕਿਸੇ ਨੇ ਕਿਹਾ ਕਿ ਮਰਜ਼ੀ ਨਾਲ ਵੋਟ ਪਾਓ। ਇੱਕ ਅਜੀਬ ਕਿਸਮ ਦਾ ਖਲਜਣ ਪੈਦਾ ਹੋ ਗਿਆ। ਕੁਝ ਇੱਕ ਅਖਬਾਰ ਮੀਡੀਆ ਸਿਰਫ ਤੇ ਸਿਰਫ ਚੋਣਵੇਂ ਵਿਅਕਤੀਆਂ ਅਤੇ ਉਹਨਾਂ ਦੇ ਉਮੀਦਵਾਰਾਂ ਦੀ ਹੀ ਗੱਲ ਕਰਦੇ ਨੇ। ਇਉਂ ਲੱਗਦਾ ਹੈ ਕਿ ਜਿਸ ਤਰ੍ਹਾਂ ਗੋਦੀ ਮੀਡੀਆ ਰਾਸ਼ਟਰ ਪੱਧਰ 'ਤੇ ਹੈ, ਪੰਜਾਬ ਦੇ ਵਿੱਚ ਵੀ ਕੁਝ ਨਵੀਆਂ ਧਿਰਾਂ ਨੇ ਇੱਕ ਖਾਸ ਕਿਸਮ ਦਾ ਗੋਦੀ ਮੀਡੀਆ ਕਾਇਮ ਕਰ ਲਿਆ। ਕਈਆਂ ਦੀ ਖਬਰ ਹੀ ਨਹੀਂ ਹੁੰਦੀ, ਜਿਵੇਂ ਕਿ ਅੰਮ੍ਰਿਤਸਰ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਵਰਗੇ ਉਹ ਲੋਕ ਜਿਹੜੇ ਕਿ ਕਿਸੇ ਪੰਜਾਬ ਦੀ ਧਰਾਤਲ ਦੇ ਨਾਲ ਸੰਬੰਧਿਤ ਕੁਝ ਗੱਲਾਂ ਨੂੰ ਉਭਾਰ ਕੇ ਪੇਸ਼ ਕਰ ਰਹੇ ਨੇ, ਅੱਜ ਦੇ ਦੌਰ ਦੇ ਵਿੱਚ ਗੱਲ ਕਰਦੇ ਨੇ ਅਤੇ ਉਹਨਾਂ ਨੂੰ ਉਸ ਗਿਣਤੀ ਤੋਂ ਹੀ ਬਾਹਰ ਕਰ ਦਿੱਤਾ ਜਾਂਦਾ, ਮਜ਼ਾਕ ਉਡਾਇਆ ਜਾਂਦਾ। ਜਾਂ ਫਿਰ ਉਹ ਧਿਰਾਂ ਜਿਹੜੀਆਂ ਕਿ ਕੁਝ ਨਾ ਵੋਟ ਪਾਉਣ ਦੀ ਗੱਲ ਕਰ ਰਹੀਆਂ ਨੇ ਉਹਨਾਂ ਨੂੰ ਗੌਰ 'ਤੇ ਨਹੀਂ ਲਿਆਂਦਾ ਜਾਂਦਾ। ਪੰਜਾਬ ਦੇ ਮੁੱਦਿਆਂ ਦੀ ਗੱਲ ਕਈ ਇਹੋ ਜਿਹੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਪੰਜਾਬ 'ਚ ਘੁਸਪੈਠ ਕੀਤੀ ਹੈ। ਉਹ ਕਹਿੰਦੇ ਪੰਜਾਬ ਦੇ ਵਿੱਚ ਨਾ ਤਾਂ ਪੰਜਾਬ ਦਾ ਸਥਾਨਕ ਮੁੱਦਾ ਜਿਹੜਾ ਕਿ ਬੇਅਦਬੀਆਂ ਦਾ ਮੁੱਦਾ ਸੀ ਉਹ ਐਗਜ਼ਿਸਟ ਕਰਦਾ ਹੈ, ਨਾ ਇਹ ਜਿਹੜਾ ਨਸ਼ਿਆਂ ਦਾ ਮੁੱਦਾ ਏਡਾ ਵੱਡਾ ਨੁਕਸਾਨਦੇਹ ਹੈ ਉਸ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ। ਗੱਲ ਇੱਕੋ ਹੀ ਹੈ ਕਿ ਰਾਸ਼ਟਰੀ ਸਤ੍ਹਾ 'ਤੇ ਪੰਜਾਬ ਦੇ ਵਿੱਚ ਜਿਹੜਾ ਲਾ ਐਂਡ ਆਰਡਰ ਦੀ ਗੱਲ, ਅੱਛਾ ਉਹ ਲਾ ਐਂਡ ਆਰਡਰ ਦੀ ਗੱਲ ਕਰਦੇ ਨੇ ਜਿਹੜੇ ਦਿੱਲੀ ਦੇ ਵਿੱਚ ਲਾ ਐਂਡ ਆਰਡਰ ਦੇ ਵਿੱਚ ਇੱਕ ਮਾਸੂਮ ਬਾਲੜੀ ਦਾ ਸ਼ਰੇਆਮ ਸੜਕਾਂ 'ਤੇ ਜਬਰ ਜਨਾਹ ਹੁੰਦਾ ਅਤੇ ਉਸ ਦੇ ਨਾਲ ਜੋ ਕੁਝ ਹੁੰਦਾ ਉਸ ਦਾ ਦੁਨੀਆ ਭਰ ਦੇ ਵਿੱਚ ਤਮਾਸ਼ਾ ਦੇਖਿਆ ਜਾਂਦਾ ਹੈ। ਇਸੇ ਤਰੀਕੇ ਨਾਲ ਰਾਸ਼ਟਰੀ ਪੱਧਰ 'ਤੇ ਜਿਹੜੀ ਰਾਜਨੀਤੀ ਬਾਕੀ 4 ਸੂਬਿਆਂ 'ਚ ਖੇਡੀ ਜਾ ਰਹੀ ਹੈ, ਜੋ ਫਾਸ਼ੀਵਾਦੀ ਇੰਡੀਅਨ ਸਟੇਟ ਦਾ ਇੱਕ ਕਰੈਕਟਰ ਬਣ ਚੁੱਕਿਆ, ਜਿਸ ਦੇ ਵਿੱਚ ਮੌਜੂਦਾ ਸੱਤਾਧਾਰੀ ਬੀਜੇਪੀ ਅਤੇ ਉਸ ਦਾ ਅਲਾਇੰਸ ਕਰ ਰਿਹਾ, ਪੰਜਾਬ ਦੇ ਵਿੱਚ ਵੀ ਉਸ ਨੂੰ ਲਿਆਂਦਾ ਜਾ ਰਿਹਾ ਅਤੇ ਉਸੇ ਤਰਜ਼ 'ਤੇ ਪੰਜਾਬ ਦੇ ਵਿੱਚ ਕੁਝ ਨਾ ਕੁਝ ਕਰਨ ਦੀ ਗੱਲ ਚੱਲ ਰਹੀ ਹੈ। ਨਿਤ ਆਏ ਦਿਨ ਉਹ ਲੋਕ ਜਿਨ੍ਹਾਂ ਨੇ ਮਖੌਟੇ ਪਾਏ ਹੋਏ ਨੇ ਉਹਨਾਂ ਦੇ ਮਖੌਟੇ ਉਤਰ ਰਹੇ ਨੇ ਅਤੇ ਉਹ ਜਾ ਕੇ ਉਸ ਪਾਰਟੀ ਦੇ ਨਾਲ ਸਮਝੌਤਾ ਕਰ ਰਹੇ ਨੇ ਜਿਸ ਪਾਰਟੀ ਦੇ ਹੱਥ ਕਿਸਾਨਾਂ ਦੇ ਲਹੂ ਦੇ ਨਾਲ ਰੰਗੇ ਹੋਏ ਨੇ। ਇਸ ਤੋਂ ਵੱਡੀ ਸਤਮਜ਼ਰੀਫੀ ਕੀ ਹੈ ਕਿ ਅਕਾਲ ਤਖਤ ਦੇ ਜਥੇਦਾਰ ਉਹਨਾਂ ਦੇ ਨਾਲ ਵੀ ਉਸ ਪਾਰਟੀ ਦੇ ਆਗੂ ਜਦੋਂ ਮੀਟਿੰਗ ਕਰਦੇ ਨੇ, ਇਕੱਲੀ ਮੀਟਿੰਗ ਨਹੀਂ ਹੁੰਦੀ, ਵਿਚਾਰ ਵਟਾਂਦਰਾ ਹੁੰਦਾ ਤਾਂ ਹੋਰ ਗੱਲ ਸੀ, ਉਹਨਾਂ ਦੇ ਗਲਾਂ 'ਚ ਸਿਰੋਂ ਪੌ ਪਾ ਦਿੱਤੇ ਜਾਂਦੇ ਨੇ ਜਿਵੇਂ ਕਿ ਉਹ ਵੱਡੀ ਜੰਗ ਜਿੱਤ ਕੇ ਆਏ ਹੋਣ। ਤਾਂ ਤਸਵੀਰ ਇਉਂ ਜਾਪਦੀ ਹੈ ਜਿਵੇਂ ਕਿ ਅਸੀਂ ਇਤਿਹਾਸ ਦੇ ਵਿੱਚ 1919 'ਚ ਦੇਖਦੇ ਹਾਂ ਕਿ ਸਰਬਰਾਹ ਅਰੂੜ ਸਿੰਘ ਜਿਵੇਂ ਅਡਵਾਇਰ ਦੇ ਗਲ ਦੇ ਵਿੱਚ ਉਹ ਸਿਰਪੌ ਪਾ ਰਿਹਾ ਸੀ। ਉਹ ਤਸਵੀਰ ਅੱਜ ਫਿਰ ਇੱਕ ਤਰ੍ਹਾਂ ਨਵੇਂ ਰੂਪ ਦੇ ਵਿੱਚ ਪੇਸ਼ ਹੋ ਰਹੀ ਹੈ। ਸੋ ਇਸ ਸਾਰੇ ਹਮਾਮ ਦੇ ਵਿੱਚ ਸਭ ਨੰਗੇ ਨੇ। ਪੰਜਾਬ ਕਿਸ ਨੂੰ ਫਿਕਰ ਤੇਰਾ ਹੈ। ਇਸ ਸੰਤਾਪ ਦੇ ਵਿੱਚ 20 ਜੋ ਫਰਵਰੀ ਨੂੰ ਚੋਣਾਂ ਆ ਰਹੀਆਂ ਨੇ ਉਹਨਾਂ ਤੋਂ ਪਹਿਲਾਂ ਇਹ ਪ੍ਰੋਗਰਾਮ ਕੁਝ ਇੱਕ ਖਾਸ ਗੰਭੀਰ ਮੁੱਦਿਆਂ 'ਤੇ ਕੇਂਦਰਿਤ ਹੈ ਅਤੇ ਖੁੱਲ੍ਹੀ ਵਿਚਾਰ ਚਰਚਾ ਦੀ ਮੰਗ ਕਰਦਾ ਹੈ। ਸੋ ਉਹਨਾਂ ਮੁੱਦਿਆਂ ਨੂੰ ਪੰਜਾਬ ਦੀ ਰਾਜਨੀਤੀ ਨਾਲ ਸੰਬੰਧਿਤ ਜਾਂ ਪੰਜਾਬ ਬਾਕੀ ਦੇਸ਼ ਤੋਂ ਕਿਵੇਂ ਵੱਖਰਾ ਹੈ, ਪੰਜਾਬ ਦੇ ਮਸਲੇ ਕਿਵੇਂ ਵੱਖਰੇ ਨੇ, ਪੰਜਾਬ ਦੇ ਪਾਣੀਆਂ ਦਾ ਮਸਲਾ ਕੀ ਹੈ, ਪੰਜਾਬ ਦੇ ਵਿੱਚ ਮਨੁੱਖੀ ਹੱਕਾਂ ਦੀ ਜਿਹੜੀ ਹੈ ਗੱਲ ਉਹ ਕਿਵੇਂ ਹੋਣੀ ਚਾਹੀਦੀ ਹੈ, ਪੰਜਾਬ ਦੇ ਵਿੱਚ ਜੋ ਰਾਜਨੀਤਿਕ ਪੈਂਤੜੇਬਾਜ਼ੀ ਇਸ ਵੇਲੇ ਖੇਡੀ ਜਾ ਰਹੀ ਹੈ ਉਹ ਕਿਸ ਤਰੀਕੇ ਨਾਲ ਉਸ ਨੂੰ ਇੱਕ ਰਾਸ਼ਟਰਵਾਦ ਦਾ ਗਲਬਾ ਚਾੜ੍ਹਿਆ ਜਾ ਰਿਹਾ ਹੈ, ਉਹ ਸਾਰੀਆਂ ਗੱਲਾਂ ਨੂੰ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਸਾਡੇ ਮਹਿਮਾਨ ਨੇ ਗੱਲਬਾਤ ਲਈ ਪੱਤਰਕਾਰ ਗੁਰਪ੍ਰੀਤ ਸਿੰਘ ਜੀ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਗੁਰਵਿੰਦਰ ਸਿੰਘ ਜੀ, ਮੰਚ ਮੁਹੱਈਆ ਕਰਨ ਲਈ ਧੰਨਵਾਦ ਤੁਹਾਡਾ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਦੇ ਵਿੱਚ ਉਹਨਾਂ ਚੋਣ ਰੈਲੀ ਕੀਤੀ ਹੈ, ਉਸ ਤੋਂ ਇਲਾਵਾ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਉਹ ਵੀ ਪੰਜਾਬ ਦੇ ਵਿੱਚ ਚੋਣ ਰੈਲੀ ਕੀਤੀ ਹੈ, ਬਾਕੀ ਸਾਰੇ ਜਿਹੜੇ ਆ ਉਹ ਵੀ ਲੱਗੇ ਹੋਏ ਨੇ ਅਤੇ ਬੜਾ ਅਜੀਬ ਕਿਸਮ ਦਾ ਪੰਜਾਬ ਨੂੰ ਜਿਹੜਾ ਲੋਲੀਪੌਪ ਦਿਖਾਏ ਜਾ ਰਹੇ ਨੇ, ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਲੋਕਾਂ ਨੂੰ ਵਰਗਲਾਇਆ ਜਾ ਰਿਹਾ ਅਤੇ ਵਿਕਾਊ ਸੋਚ ਦੇ ਲੋਕਾਂ ਨੂੰ ਪਾਰਟੀਆਂ ਦੇ ਵਿੱਚ ਦਲ ਬਦਲੂਆਂ ਨੂੰ ਇਕੱਠਿਆਂ ਕੀਤਾ ਜਾ ਰਿਹਾ। ਸੋ ਗੱਲਬਾਤ ਇੱਥੋਂ ਹੀ ਸ਼ੁਰੂ ਕਰਦੇ ਹਾਂ ਕਿ ਦੇਸ਼ ਦਾ ਆਗੂ ਪੰਜਾਬ ਦੇ ਵਿੱਚ ਜਿਹੜੀਆਂ ਗੱਲਾਂ ਜਿਵੇਂ ਜਿਵੇਂ ਜਿਸ ਐਂਗਲ ਤੋਂ ਕਰ ਰਿਹਾ ਅਤੇ ਬਾਕੀ ਵੀ ਉਸੇ ਤਰਜ਼ 'ਤੇ ਚੱਲ ਰਹੇ ਨੇ, ਇਹ ਸਾਰਾ ਜਿਹੜਾ ਮਾਜਰਾ ਹੈ ਪੰਜਾਬ ਦੇ ਕਿੰਨਾ ਕੁ ਹਿੱਤ ਦੇ ਵਿੱਚ ਹੈ, ਪੰਜਾਬ ਦੇ ਵੋਟਰ ਉਹਨਾਂ ਦਾ ਕੀ ਫਰਜ਼ ਬਣਦਾ ਹੈ ਅਤੇ ਬਤੌਰ ਮੀਡੀਆ ਅਸੀਂ ਉਸ ਨੂੰ ਕਿਵੇਂ ਵੇਖਦੇ ਹਾਂ। ਦੇਖੋ ਗੱਲ ਅਸਲ ਕਿ ਮੈਂ ਥੋੜ੍ਹਾ ਜਿਹਾ ਪਿੱਛੇ ਜਾਊਂਗਾ ਜੀ। ਇੱਕ ਸਮਾਂ ਸੀ ਕਿ ਕੇਂਦਰੀ ਮੰਤਰੀ ਜਦੋਂ ਬੀਜੇਪੀ ਦੀ ਹੁਕੂਮਤ ਹੁੰਦੀ ਸੀ ਉਹਦੇ ਵਿੱਚ ਸ਼ਾਹ ਨਵਾਜ਼ ਹੁਸੈਨ, ਤੁਸੀਂ ਸ਼ਾਇਦ ਨਾਂ ਸੁਣਿਆ ਹੋਵੇ ਜੀ,
ਜਿਹੜੇ ਕਿ ਬਿਹਾਰ ਨਾਲ ਸੰਬੰਧਿਤ ਨੇ, ਬੀਜੇਪੀ ਦਾ ਮੁਸਲਿਮ ਚਿਹਰਾ। ਜੀ ਸੋ ਇੱਕ ਵਾਰ ਉਹ ਜੈਤੋ ਆਏ, ਜੀ ਉਦੋਂ ਮੇਰੀ ਪੋਸਟਿੰਗ ਫਿਰੋਜ਼ਪੁਰ ਹੁੰਦੀ ਸੀ ਟ੍ਰਿਬਿਊਨ ਦੇ ਨਾਲ। ਜੀ ਜਦੋਂ ਜੈਤੋ ਆਏ ਤੇ ਮੈਂ ਕਵਰੇਜ ਲਈ ਗਿਆ, ਔਰ ਉਹਨਾਂ ਦਿਨਾਂ 'ਚ ਕੋਈ ਚੋਣਾਂ ਆ ਰਹੀਆਂ ਸੀਗੀਆਂ, ਔਰ ਉਹਨਾਂ ਚੋਣਾਂ ਦੇ ਮੱਦੇਨਜ਼ਰ ਉਹਨਾਂ ਨੇ ਇਹ ਬਿਆਨ ਦਿੱਤਾ ਪੰਜਾਬ ਵਿੱਚ ਸਟੇਜ ਤੋਂ ਖੜ ਕੇ ਜੈਤੋ ਦੇ ਵਿੱਚ ਕਿ ਜੋ ਕਾਂਗਰਸ ਨੇ ਤੁਹਾਡੇ ਨਾਲ ਕੀਤਾ ਕਦੇ ਨਾ ਭੁੱਲਿਓ, ਜੋ 84 'ਚ ਹੋਇਆ ਉਹ ਕਦੇ ਨਾ ਭੁੱਲਿਓ, ਜੋ ਬਲੂ ਸਟਾਰ ਹੋਇਆ ਉਹਨੂੰ ਕਦੇ ਨਾ ਭੁੱਲਿਓ। ਜਦੋਂ ਸਟੇਜ ਤੋਂ ਉਤਰ ਕੇ ਆਏ, ਮੈਂ ਉਹਨਾਂ ਹੀ ਪੁੱਛਿਆ ਕਿ ਮੈਂ ਕਿਹਾ ਜੀ ਜਿਹੜਾ ਬੀਜੇਪੀ ਨੇ 92 'ਚ ਕੀਤਾ ਸੀ ਬਾਬਰੀ ਮਸਜਿਦ ਕਾਂਡ, ਉਹ ਤੁਹਾਨੂੰ ਯਾਦ ਹੈ ਕਿ ਉਹ ਤੁਸੀਂ ਭੁੱਲ ਗਏ ਹੋ? ਤਾਂ ਕਹਿੰਦੇ ਉੱਥੇ ਕੁਝ ਨਹੀਂ ਹੋਇਆ, ਕਹਿ ਕੇ ਟਾਲਾ ਜਿਹਾ ਵੱਟ ਕੇ ਉਹ ਚੱਲਦੇ ਬਣੇ। ਹੁਣ ਉਹ ਮੁਸਲਿਮ ਚਿਹਰਾ ਬੀਜੇਪੀ ਦਾ, ਜਿਹੜੀ ਪਾਰਟੀ ਨੇ 92 'ਚ ਬਾਬਰੀ ਮਸਜਿਦ ਢਾਈ, ਉਸ ਮਸਲੇ ਨੂੰ ਹਾਊ ਪਰੇ ਕਰਕੇ ਚੱਲਦਾ ਬਣਿਆ ਤੇ ਪੰਜਾਬ ਦੇ ਸਿੱਖਾਂ ਨੂੰ ਮਤਾਂ ਦੇ ਰਿਹਾ ਕਿ ਤੁਸੀਂ 84 ਨੂੰ ਨਾ ਭੁੱਲਿਓ। ਔਰ ਇਹ ਗੱਲ ਹੈ ਜੀ 2000 ਸਾਲ ਦੀ। ਸੋ ਮੈਂ ਇਹ ਗੱਲ ਤਾਂ ਕਹਿ ਰਿਹਾ ਕਿ ਅੱਜ ਵੀ ਉਹ ਗੱਲਾਂ ਬਾਰ-ਬਾਰ ਦੁਹਰਾਈਆਂ ਜਾ ਰਹੀਆਂ। ਕੁਝ ਦਿਨ ਪਹਿਲਾਂ ਕਿਰਨ ਖੇਰ ਜਿਹੜੀ ਬੀਜੇਪੀ ਦੀ MP ਹੈ, ਉਸਨੇ ਚੰਡੀਗੜ੍ਹ ਦੇ ਲੋਕਾਂ ਨੂੰ ਇਹ ਮੱਤ ਦਿੱਤੀ ਕਿ 84 ਦਾ ਜਿਹੜਾ ਦੁਖਾਂਤ ਸੀਗਾ ਉਹਨੂੰ ਨਾ ਭੁਲਾਇਆ ਜਾਵੇ। ਆਪ ਇਹ ਚਾਹੁੰਦੇ ਨੇ ਕਿ ਅਸੀਂ 2002 ਭੁੱਲ ਜਾਈਏ, ਜਿਹੜਾ ਗੁਜਰਾਤ ਦਾ ਕਤਲੇਆਮ ਉਹਨਾਂ ਨੇ ਕੀਤਾ, 84 ਦੀ ਤਰਸ 'ਤੇ ਹੋਇਆ। ਹੁਣ ਸ਼ਾਹਨਵਾਜ਼ ਹੁਸੈਨ ਉਦੋਂ ਤੋਂ ਬਿਆਨ ਦੇ ਗਿਆ, ਪਰ ਉਦੋਂ ਅਜੇ 2002 ਦਾ ਕਤਲੇਆਮ ਨਹੀਂ ਸੀ ਹੋਇਆ, ਉਹ ਤਾਂ ਬਾਅਦ 'ਚ ਹੋਇਆ। ਪਰ ਇਹ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਆਪਸ ਵਿੱਚ। ਜੇ 84 ਨਾ ਹੁੰਦਾ ਤਾਂ 1992 'ਚ ਬਾਬਰੀ ਮਸਜਿਦ ਕਾਂਡ ਨਹੀਂ ਸੀ ਹੋਣਾ, ਜੇ ਬਾਬਰੀ ਮਸਜਿਦ ਕਾਂਡ ਨਹੀਂ ਸੀ ਹੋਣਾ ਤਾਂ 2002 ਦੇ ਕਤਲੇਆਮ ਨਹੀਂ ਸੀ ਹੋਣੇ, ਕਿਉਂਕਿ ਉਹ ਮਸਲਾ ਵੀ ਜੁੜਿਆ ਹੋਇਆ। ਜਿਹੜੀ ਟ੍ਰੇਨ ਨੂੰ ਅੱਗ ਲੱਗੀ, ਉਹ ਸਾਰੇ ਸ਼ਰਧਾਲੂ ਅਯੁੱਧਿਆ ਤੋਂ ਹੀ ਆ ਰਹੇ ਸੀਗੇ ਜੀ। ਸੋ ਇਹ ਸਾਰੀਆਂ ਗੱਲਾਂ ਆਪਸ ਵਿੱਚ ਜੁੜੀਆਂ ਹੋਈਆਂ। ਹੁਣ ਹਾਲ ਹੀ ਵਿੱਚ ਨਰਿੰਦਰ ਮੋਦੀ ਨੇ ਇੱਕ ਫਤਿਹ ਰੈਲੀ ਨੂੰ ਸੰਬੋਧਨ ਕਰਦਿਆਂ ਦੁਬਾਰਾ ਇਹ ਗੱਲ ਕਹੀ ਕਿ ਜੋ 84 'ਚ ਹੋਇਆ ਬੜਾ ਵੱਡਾ ਦੁਖਾਂਤ ਸੀਗਾ, ਉਸ ਨੂੰ ਨਾ ਭੁਲਾਓ। ਅਸੀਂ ਮਤਲਬ ਆਪਣੇ ਵੱਲੋਂ ਆਸਾਨ ਕਰ ਰਹੇ ਸਿੱਖਾਂ ਉੱਤੇ ਕਿ ਅਸੀਂ ਤੁਹਾਡੇ ਲਈ ਬਹੁਤ ਕੁਝ ਕੀਤਾ। ਬਾਰ-ਬਾਰ ਇਹ ਝੂਠ ਬੋਲਿਆ ਜਾ ਰਿਹਾ, ਔਰ ਬਾਰ-ਬਾਰ ਇਸ ਝੂਠ ਨੂੰ ਪ੍ਰਚਾਰਿਆ ਵੀ ਜਾ ਰਿਹਾ। 84 ਦੇ ਵਿੱਚ ਬੀਜੇਪੀ ਦੀ ਸ਼ਮੂਲੀਅਤ ਸੀਗੀ, ਕੋਈ ਮੰਨੇ ਚਾਹੇ ਨਾ ਮੰਨੇ, ਜਿਹਦੇ ਕਾਰਨ ਕਤਲੇਆਮ ਤੋਂ ਬਾਅਦ ਤੁਰੰਤ ਬਾਅਦ ਰਾਜੀਵ ਗਾਂਧੀ ਨੂੰ ਭਾਰੀ ਬਹੁਮਤ ਦਿੱਤਾ ਗਿਆ। ਬੀਜੇਪੀ ਦੀ ਸਾਰੀ ਵੋਟ ਰਾਜੀਵ ਗਾਂਧੀ ਦੇ ਹੱਕ 'ਚ ਸ਼ਿਫਟ ਹੋਈ ਹੈ। ਇਸੇ ਬੀਜੇਪੀ ਨੇ ਨਾਨਾ ਜੀ ਦੇਸ਼ਮੁਖ ਨੂੰ ਭਾਰਤ ਰਤਨ ਦੇ ਕੇ ਨਵਾਜਿਆ, ਜਿਹਨੇ 84 ਦੇ ਕਤਲੇਆਮ ਨੂੰ ਜਾਇਜ਼ ਠਹਿਰਾਇਆ। 84 ਦੇ ਕਤਲੇਆਮ ਦਾ ਕਿਤਾਬ ਜਾ ਕੱਢਣ ਵਾਲਾ ਗੌਤਮ ਨਵਲਖਾ ਇਸੇ ਸਰਕਾਰ ਦੀ ਮਿਹਰਬਾਨੀ ਨਾਲ ਜੇਲ੍ਹ 'ਚ ਬੈਠਾ ਹੋਇਆ। ਸੱਜਣ ਕੁਮਾਰ ਨੂੰ ਸਜ਼ਾ ਦੇਣ ਵਾਲੇ ਜੱਜ ਦੀ ਇਹਨਾਂ ਨੇ ਬਦਲੀ ਦੇ ਆਦੇਸ਼ ਕੱਢ ਦਿੱਤੇ ਜਦੋਂ ਉਸਨੇ CA ਦੇ ਮਸਲੇ 'ਤੇ ਪੁਲਿਸ ਦੇ ਹੱਕ ਖਿਲਾਫ ਸਟੈਂਡ ਲੈ ਲਿਆ। ਸੋ ਕਿਸ ਆਧਾਰ ਦੇ ਉੱਤੇ ਇਹ ਗੱਲ ਮੋਦੀ ਕਹਿ ਰਿਹਾ? ਇਹ ਗੱਲਾਂ ਹੁਣ ਲੋਕਾਂ ਨੂੰ ਸੋਚਣੀਆਂ ਪੈਣਗੀਆਂ ਕਿ ਬਾਰ-ਬਾਰ ਆ ਕੇ ਤੁਹਾਨੂੰ 84 ਤੋਂ ਇਹਨਾਂ ਨੇ ਖੇਡ ਹੀ ਬਣਾ ਲਿਆ। ਉਸ ਦੀ ਵਰਤੋਂ ਕਰਨਾ, ਉਸ ਨੂੰ ਲੈ ਕੇ ਤੁਹਾਨੂੰ ਬੁੱਧੂ ਬਣਾਉਣਾ, ਲੋਲੀਪੌਪ ਦੇਣੇ। ਪਰ ਸਭ ਤੋਂ ਵੱਡੀ ਦੁੱਖ ਦੀ ਗੱਲ ਕਿ ਸਿੱਖ ਲੀਡਰਸ਼ਿਪ ਦਾ ਜ਼ਮੀਰ ਕਿੱਥੇ ਹੈ? ਖਾਸ ਤੌਰ 'ਤੇ ਇਸ ਅਕਾਲ ਤਖ਼ਤ ਦੇ ਜਥੇਦਾਰ ਦੀ ਆਪਾਂ ਗੱਲ ਕਰ ਲਈਏ, ਜਿਹੜਾ ਕੁਝ ਸਮਾਂ ਪਹਿਲਾਂ ਖੁਦ RSS ਦੇ ਖਿਲਾਫ ਬਿਆਨ ਦਿੰਦਾ ਰਿਹਾ, ਜਿਹੜਾ ਇਹ ਵੀ ਕਿਹਾ ਗਿਆ ਕਿ ਖਾਲਿਸਤਾਨ ਦੀ ਮੰਗ ਵੀ ਜਾਇਜ਼ ਮੰਗ ਹੁੰਦੀ ਜੇ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੋ। ਅੱਜ ਤੂੰ ਕਿਹੜੇ ਮੂੰਹ ਦੇ ਨਾਲ ਅਮਿਤ ਸ਼ਾਹ ਨੂੰ ਉਹਦੇ ਗੱਲ 'ਚ ਸਰੋਪਾ ਪਾ ਰਿਹਾ? ਜੇ ਸਿਰਫ ਗੱਲਬਾਤ ਹੀ ਹੁੰਦੀ ਰਹਿੰਦੀ, ਵਿਚਾਰ ਵਟਾਂਦਰਾ ਹੋ ਜਾਂਦਾ, ਫਿਰ ਅਸੀਂ ਮੰਨਦੇ ਹਾਂ। ਸਰੋਪਾ ਪਾਉਣਾ ਇੱਕ ਜ਼ਾਲਮ ਦੇ ਗਲ ਦੇ ਵਿੱਚ, ਤੁਸੀਂ ਬਿਲਕੁਲ ਸਹੀ ਤੁਲਨਾ ਕੀਤੀ ਹੈ। ਉਸ ਖੂਨੀ ਇਤਿਹਾਸ ਨੂੰ ਦੁਹਰਾਇਆ ਵਾਸਤੇ ਜਦੋਂ ਜਨਰਲ ਡਾਇਰ ਦੇ ਗੱਲ 'ਚ ਸਰੋਪਾ ਪਾਇਆ ਗਿਆ, ਉਹੋ ਜਿਹਾ ਇਤਿਹਾਸ ਇਹ ਦੁਹਰਾਇਆ ਗਿਆ। ਸੋ ਉਸ ਇਤਿਹਾਸ ਨੂੰ ਤੁਸੀਂ ਦੁਹਰਾਇਆ, ਉਹਨੇ ਨਾਲ ਇਸ ਗੱਲ ਨੂੰ ਵੀ ਕਲੰਕਿਤ ਕੀਤਾ, ਅਕਾਲ ਤਖ਼ਤ ਦੀ ਮਰਿਆਦਾ ਨੂੰ ਬਿਲਕੁਲ ਕਲੰਕਿਤ ਕਰਤਾ। ਔਰ ਅਕਾਲ ਤਖ਼ਤ ਦਾ ਜਿਹੜੀ ਆਨ ਸ਼ਾਨ ਅੱਜ ਇਹ ਘਟੀ ਹੈ ਤੇ ਇਸ ਵਿਅਕਤੀ ਕਰਕੇ ਘਟੀ। ਹੁਣ ਇੱਕ ਦੌਰ ਸੀਗਾ ਕਿ ਅਕਾਲ ਤਖ਼ਤ ਜਥੇਦਾਰ ਇਹ ਕਹਿ ਰਹੇ ਸੀ ਕਿ ਜਿਹੜੇ ਸਿੱਖ ਨੇ ਇਹ ਲਵ ਕੁਸ਼ ਦੇ ਵਿੱਚੋਂ ਨਿਕਲੇ ਨੇ, ਉਹਨਾਂ ਦੀ ਔਲਾਦ ਨੇ। ਇਸ ਜਥੇਦਾਰ ਨੇ ਬਿਲਕੁਲ ਹੀ ਸਿਰਾ ਲਾਤਾ ਕਿ ਪਹਿਲਾਂ RSS ਦੀ ਭੰਡੀ ਕੀਤੀ, ਅੱਜ RSS ਵਾਲੇ ਆਗੂਆਂ ਦੇ ਗਲਾਂ 'ਚ ਸਰੋਪੇ ਪਾ ਦਿੱਤੇ। ਨਾਲ ਦੀ ਨਾਲ ਖਤਰਨਾਕ ਗੱਲ ਇਹ ਹੋ ਰਹੀ ਹੈ ਕਿ ਇਹ ਜਥੇਦਾਰ ਇਹ ਕਹਿ ਰਿਹਾ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਬਾਰੇ ਮੈਂ ਗੱਲ ਕੀਤੀ। ਹੁਣ ਬੰਦੀ ਸਿੰਘਾਂ ਬਾਰੇ ਅਸੀਂ ਸੌਦੇਬਾਜ਼ੀ ਕਰਨੀ ਇਲੈਕਸ਼ਨਾਂ ਵੇਲੇ? ਗੁਰੂ ਨਾਨਕ ਸਾਹਿਬ ਨੂੰ ਜਦੋਂ ਜੇਲ੍ਹ 'ਚ ਸੁੱਟਿਆ ਗਿਆ, ਜਦੋਂ ਬਾਬਰ ਨੇ ਉਹਨਾਂ ਦੀ ਖਲਾਸੀ ਕੀਤੀ ਹੈ, ਤੇ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਦੇ ਕੈਦੀ ਵੀ ਛੱਡੇ ਜਾਣ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਛੱਡਿਆ ਗਿਆ, ਜਿਹਨਾਂ ਨੇ ਅਕਾਲ ਤਖ਼ਤ ਦੀ ਨੀਂਹ ਰੱਖੀ ਆ, ਉਹਨਾਂ ਨੇ 52 ਰਾਜੇ ਨਾਲ ਛੁਡਾਏ। ਉਹਨਾਂ ਨੇ ਇਹ ਨਹੀਂ ਕਿਹਾ ਕਿ ਸਿਰਫ ਸਾਡੀ ਗੱਲ ਕਰੋ ਜਾਂ ਸਾਡੇ ਫਿਰਕੇ ਦੀ ਗੱਲ ਕਰੋ। ਇਸ ਜਥੇਦਾਰ ਨੇ ਅੱਜ ਉਸ ਚੀਜ਼ ਨੂੰ ਵੀ ਕਲੰਕਿਤ ਕੀਤਾ, ਸਿਰਫ ਸਿੱਖ ਕੈਦੀਆਂ ਸੌਦਾ ਕਰਕੇ। ਬਾਕੀ ਕੈਦੀਆਂ ਦੀ ਗੱਲ ਕੌਣ ਕਰੂਗਾ? ਸੋ ਸਰਬੱਤ ਦੇ ਭਲੇ ਦੀ ਗੱਲ ਨਹੀਂ ਹੋਈ, ਇਹ ਸੌਦੇਬਾਜ਼ੀ ਹੋ ਰਹੀ ਹੈ। ਔਰ ਸ਼ਰਮ ਨਾਲ ਡੁੱਬ ਕੇ ਮਰ ਰਹੇ ਜਥੇਦਾਰ ਨੂੰ ਵੀ, ਔਰ ਇਸ ਦੇ ਨਾਲ ਦੇ ਨੂੰ। ਦਿਲ ਦੇ ਵਲਵਲੇ ਤੇ ਜਜ਼ਬੇ ਦੇ ਵਿੱਚੋਂ ਜਿਹੜੀ ਗੱਲ ਤੁਸੀਂ ਕਹੀ ਹੈ, ਇਹ ਇੱਕ ਹਰੇਕ ਉਸ ਦਰਦਮੰਦ ਦੀ ਹੈ ਜਿਹੜੀ ਕਿ ਇਸ ਵੇਲੇ ਨਿਕਲ ਰਹੀ ਹੈ। ਜਦੋਂ ਅਸੀਂ ਇਤਿਹਾਸ ਨੂੰ ਦੇਖਦੇ ਹਾਂ ਤਾਂ ਸਾਡੇ ਸਾਹਮਣੇ ਅਜੇ ਹੁਣ ਦੀਆਂ ਗੱਲਾਂ ਨੇ, ਜਦੋਂ 750 ਕਿਸਾਨ ਪੰਜਾਬ ਦੇ ਦਿੱਲੀ ਦੀਆਂ ਬਰੂਹਾਂ ਤੇ ਜਿੱਥੇ ਉਹ ਸੰਘਰਸ਼ ਕਰ ਰਹੇ ਸਨ, ਜਿਨ੍ਹਾਂ ਤੋਂ ਜ਼ਿਆਦਾਤਰ ਗਿਣਤੀ ਪੰਜਾਬ ਦੀ ਸੀ, ਜਿਨ੍ਹਾਂ ਚੋਂ ਜ਼ਿਆਦਾਤਰ ਗਿਣਤੀ ਸਿੱਖਾਂ ਦੀ ਸੀ, ਜਿਨ੍ਹਾਂ ਨੂੰ ਕਤਲ ਕੀਤਾ ਗਿਆ। ਐਕਚੁਅਲੀ ਉਹਨਾਂ ਦੀਆਂ ਜਾਨਾਂ ਐਵੇਂ ਨਹੀਂ ਗਈਆਂ, ਉਹਨਾਂ ਦੀ ਕਾਤਲ ਹੈ ਮੌਜੂਦਾ ਸਰਕਾਰ, ਦੇਸ਼ ਦੀ ਸਰਕਾਰ, ਰਾਸ਼ਟਰੀ ਸਰਕਾਰ।
ਉਸ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਨਸਾਫ ਦਿਵਾਉਣਾ ਜਾਂ ਇਹ ਕਾਲੇ ਕਾਨੂੰਨ ਵਾਪਸ ਲੈਣੇ, ਉਹ ਲੈ ਨਹੀਂ ਗਏ। ਜਦੋਂ ਇਸ ਤੋਂ ਭਾਜਪਾ ਤੋਂ ਅਕਾਲੀ ਦਲ, ਜਿਸ ਦੇ ਵੱਲੋਂ ਅਕਾਲੀ ਦਲ ਦੇ ਰਾਹੀਂ ਸ਼੍ਰੋਮਣੀ ਕਮੇਟੀ ਰਾਹੀਂ ਜਥੇਦਾਰ ਥਾਪੇ ਜਾਂਦੇ ਨੇ, ਇਹ ਗੱਲ ਉਠਾਈ ਗਈ ਲੋਕਾਂ ਦੇ ਵੱਲੋਂ ਕਿ ਤੁਹਾਡਾ ਤਾਂ ਅਲਾਇੰਸ ਸੀ, ਹੁਣ ਕੀ ਹੋਇਆ? ਤਾਂ ਉਸ ਵੇਲੇ ਇਸੇ ਜਥੇਦਾਰ ਦੇ ਵੱਲੋਂ ਇਹ ਕਿਹਾ ਗਿਆ, ਕਿਸੇ ਸਮੇਂ ਜਦੋਂ ਇਤਿਹਾਸ ਨੂੰ ਪੜ੍ਹੀਏ ਉਸ ਵੇਲੇ ਜ਼ਕਰੀਆ ਖਾਂ ਤੋਂ ਲੈ ਕੇ ਜ਼ਾਲਮਾਂ ਨੂੰ ਲੈ ਕੇ ਹੋਰਾਂ ਨੂੰ ਲੈ ਕੇ ਸਮੇਂ-ਸਮੇਂ ਕਿਤੇ ਨਾ ਕਿਤੇ ਮਿਨੀਮਮ ਪ੍ਰੋਗਰਾਮ ਦੇ ਵਿੱਚ ਕੋਈ ਸਮਝੌਤੇ ਵੀ ਹੁੰਦੇ ਸਨ। ਇਹ ਤੁਲਨਾ ਦੇ ਕੇ ਗੱਲ ਕੀਤੀ ਗਈ, ਇੱਕ ਤਰ੍ਹਾਂ ਦੂਸਰੀ ਪਾਰਟੀ ਨੂੰ ਉਸ ਤਰ੍ਹਾਂ ਰੱਖਿਆ ਗਿਆ। ਪਰ ਅੱਜ ਕਿਹੜੇ ਜ਼ਕਰੀਆ ਖਾਂ ਦੀ ਗੱਲ ਹੋ ਰਹੀ ਸੀ ਜਦੋਂ ਉਹਨਾਂ ਨੂੰ ਸਿਰੋਪਾ ਪਾਉਣ ਦੀ ਵੀ ਨੌਬਤ ਆ ਗਈ। ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਮਸਲੇ ਉਠਾਏ ਨੇ ਪੰਜਾਬ ਦੇ, ਠੀਕ ਹੈ, ਤੁਸੀਂ ਮਸਲੇ ਉਠਾਏ ਨੇ, ਇੱਕ ਫਰਜ਼ ਅਦਾ ਕੀਤਾ, ਚੰਗੀ ਗੱਲ ਹੈ, ਪਰ ਉਹਦਾ ਮਤਲਬ ਇਹ ਸੀ ਕਿ ਉਹਨਾਂ ਨੇ ਕੋਈ ਬਹੁਤ ਵੱਡਾ ਮੋਰਚਾ ਫਤਿਹ ਕਰਕੇ ਤੁਹਾਡੇ ਨਾਲ ਮੀਟਿੰਗ ਕੀਤੀ ਕਿ ਤੁਸੀਂ ਸਨਮਾਨਿਤ ਕਰੋ ਸਿਰਪਾਓ ਲੈ ਕੇ ਉਹਨਾਂ ਨੂੰ, ਜਾਂ ਉਹਨਾਂ ਨੇ ਤੁਹਾਨੂੰ ਉਸੇ ਵੇਲੇ ਪਰੋਸ ਕੇ ਰੱਖ ਦਿੱਤਾ ਕਿ ਮਸਲੇ ਹੱਲ ਹੋ ਗਏ ਨੇ, ਐਲਾਨ ਕਰ ਦਿਓ। ਕੋਈ ਇਸ ਤਰ੍ਹਾਂ ਦਾ ਸਾਂਝਾ ਐਲਾਨ ਕੀਤਾ? ਤੁਸੀਂ ਜਦੋਂ ਉਹਨਾਂ ਨੂੰ ਸਨਮਾਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰੋਂ ਇਹ ਸਨਮਾਨ ਦੇ ਕੇ ਭੇਜ ਰਹੇ ਹੋ ਤਾਂ ਇੱਕ ਸੁਨੇਹਾ ਕੀ ਦੇ ਰਹੇ ਹੋ? ਕੀ ਸੁਨੇਹਾ ਦੇ ਰਹੇ ਹੋ ਕਿ ਘੱਟ ਗਿਣਤੀਆਂ ਦੇ ਉੱਪਰ ਜੋ ਅਤਿਆਚਾਰ ਹੋ ਰਹੇ ਨੇ ਠੀਕ ਨੇ, ਜੋ ਸੀਏ ਵਰਗਾ ਕਾਲਾ ਕਾਨੂੰਨ ਹੈ ਠੀਕ ਹੈ, ਜੋ ਇਸ ਵੇਲੇ ਇੰਡੀਅਨ ਪੈਨਲ ਦੇ ਅਧੀਨ ਬੇਕਸੂਰ ਦੇਸ਼ ਭਰ ਦੇ ਵਿੱਚ ਜੋ ਇਸ ਜ਼ਬਰ ਦਾ ਸ਼ਿਕਾਰ ਨੇ ਉਹ ਠੀਕ ਹੈ? ਕੀ ਇਸ ਦਾ ਸੁਨੇਹਾ ਇਹ ਹੈ ਕਿ ਫਾਸ਼ੀਵਾਦੀ ਇੰਡੀਅਨ ਸਟੇਟ ਜੋ ਕੁਝ ਕਰਦੀ ਹੈ ਉਸ 'ਤੇ ਅਸੀਂ ਮੋਹਰ ਲਾ ਦਿੱਤੀ? ਤੇ ਇਹ ਗੱਲ ਇਤਿਹਾਸ ਦੇ ਵਿੱਚ ਐਸਾ ਪੰਨਾ ਬਣ ਗਿਆ ਜਿਸ ਨੇ ਸਾਨੂੰ ਕਦੇ ਵੀ ਮਾਫ ਨਹੀਂ ਕਰਨਾ। ਅਫਸੋਸ ਇਸ ਗੱਲ ਦਾ ਹੈ ਕਿ ਉਹ ਅਕਾਲ ਤਖਤ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਸਾਜਿਆ ਹੋਇਆ, ਜਿੱਥੇ ਮੀਰੀ ਤੇ ਪੀਰੀ ਭਗਤੀ ਦੀ ਸ਼ਕਤੀ ਦੀ ਗੱਲ ਚੱਲਦੀ ਹੈ, ਜਿੱਥੇ ਹਰ ਜ਼ਾਲਮ ਦੇ ਖਿਲਾਫ ਇੱਕ ਸੰਘਰਸ਼ ਛੇੜਿਆ ਗਿਆ, ਜਿੱਥੇ ਸਮੇਂ ਦੀ ਹਕੂਮਤ ਦੇ ਖਿਲਾਫ ਲੜਾਈ ਲੜੀ ਹੈ, ਉਹ ਸਾਰੀ ਲੜਾਈ ਦੇ ਖਿਲਾਫ ਅਕਾਲ ਤਖਤ ਤੋਂ ਆਵਾਜ਼ ਦਿੱਤੀ ਜਾਂਦੀ ਰਹੀ ਹੈ। ਇਹ ਜਿਹੜਾ ਸਮਾਂ ਹੈ ਬਿਲਕੁਲ ਅਡਵਾਇਰ ਵਾਲੀ ਕਹਾਣੀ ਦਾਸਤਾਨ ਦੁਹਰਾਈ ਗਈ ਹੈ। ਹੁਣ ਅਜੇ ਇਸ ਗੱਲ ਨੂੰ ਅਸੀਂ ਵਿੱਚੇ ਰੱਖਦੇ ਹਾਂ ਕਿ ਜਿਹੜੀ ਬੀਜੇਪੀ ਦੇ ਨਾਲ ਅਲਾਇੰਸ ਕਰਨ ਵਾਲੀਆਂ ਪਾਰਟੀਆਂ ਜਾਂ ਉਹਨਾਂ ਦੇ ਨਾਲ ਇਸ ਵੇਲੇ ਇਹ ਦਾਅਵਾ ਕਰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਬਹੁਤ ਕੁਝ ਕਰਾਂਗੇ, ਪੰਜਾਬ ਨੂੰ ਹੱਕ ਦੇਵਾਂਗੇ, ਕਾਂਗਰਸ ਸਿੱਖਾਂ ਦੀ ਕਾਤਲ ਜਮਾਤ ਹੈ ਤੇ ਅਸੀਂ ਜਿਹੜੇ ਉਹਨਾਂ ਦੇ ਹਮਦਰਦ ਆ, ਉਹਨਾਂ ਦੇ ਵਿੱਚ ਜਿਹੜੇ ਅਲਾਇੰਸ ਦੇ ਵਿੱਚ ਜੁੜ ਰਹੇ ਨੇ, ਹਰ ਆਏ ਦਿਨ ਕੋਈ ਨਾ ਕੋਈ ਚਿਹਰਾ, ਨਵਾਂ ਚਿਹਰਾ, ਜਿਹੜਾ ਕਦੇ ਕਿਸੇ ਸਮੇਂ ਆਪਣੇ ਆਪ ਨੂੰ ਅਕਾਲੀ ਕਹਿੰਦਾ ਸੀ, ਕਦੇ ਕੋਈ ਖੱਬੇ ਪੱਖੀ ਕਹਿੰਦਾ ਸੀ, ਕਦੇ ਕੋਈ ਹਿਊਮਨ ਰਾਈਟਸ ਸੈੱਲ ਦੀ ਆਗੂ ਸੀ, ਇੱਕ ਵੂਮਨ ਸੈੱਲ ਦੀ ਆਗੂ ਮਨੀਸ਼ਾ ਘੁਲਾਟੀ ਵਰਗੀ, ਜਾਂ ਅਨੇਕਾਂ ਹੋਰ, ਰੋਜ਼ ਉਹਨਾਂ ਦੇ ਗਲਾਂ ਦੇ ਵਿੱਚ ਉਹ ਪਾ ਕੇ ਉਹਨਾਂ ਦੇ ਪਰਨੇ ਤੇ ਉਹਨਾਂ ਨੂੰ ਨਾਲ ਸ਼ਾਮਲ ਕੀਤਾ ਜਾ ਰਿਹਾ ਹੈ ਤੇ ਬੜੀ ਬੇਸ਼ਰਮੀ ਨਾਲ ਸਾਰੇ ਰਾਤੋਂ ਰਾਤ ਸ਼ਾਮਲ ਹੋ ਰਹੇ ਨੇ। ਇਹ ਕੀ ਉਹਨਾਂ ਕੋਲ ਗਿੱਦੜ ਸਿੰਘੀ ਹੈ? ਉਹ ਕੀ ਕਰ ਰਹੇ ਨੇ ਕਿ ਜ਼ਮੀਰ ਜਿਹੜੀ ਸਾਰਿਆਂ ਦੀ ਮਰਦੀ ਜਾ ਰਹੀ ਹੈ? ਦੇਖੋ, ਇੱਕ ਜਿਹੜਾ ਨਾਰਾ ਦਿੱਤਾ ਜਾ ਰਿਹਾ ਇਸ ਵੇਲੇ, ਨਵਾਂ ਪੰਜਾਬ ਬੀਜੇਪੀ ਦੇ ਨਾਲ, ਇਹ ਨਵਾਂ ਪੰਜਾਬ ਕਦੋਂ ਆਊਗਾ ਤੇ ਬੀਜੇਪੀ ਨਾਲ ਕਦੋਂ ਹੋ ਗਿਆ, ਇਹ ਮੇਰੀ ਗੱਲ ਸਮਝ ਤੋਂ ਬਾਹਰ ਹੈ। 2014 ਤੋਂ ਲੈ ਕੇ ਹੁਣ ਤੱਕ ਪੰਜਾਬ ਮੋਦੀ ਦੇ ਨੂੰ ਰਜਿਸਟ ਕਰਦਾ ਆ ਰਿਹਾ ਲਗਾਤਾਰ। ਅਜੇ 700 ਕਿਸਾਨਾਂ ਦੀਆਂ ਸ਼ਹਾਦਤਾਂ ਹੋ ਕੇ ਹਟੀਆਂ ਤੇ ਇਹ ਸਮਝੌਤੇ ਹੋਣ ਲੱਗ ਪਏ ਨੇ। ਦੇਖੋ, ਹਰਦੀਪ ਸਿੰਘ ਪੁਰੀ ਤਾਂ ਸ਼ਹਿਰੀ ਸਿੱਖ ਹੈ, ਉਹਦੇ ਬਾਰੇ ਤਾਂ ਮੈਂ ਕੋਈ ਗੱਲ ਨਹੀਂ ਕਰਨੀ ਚਾਹੁੰਦਾ। ਜਿਹੜੇ ਜੱਟ ਸਿੱਖ ਚਿਹਰੇ ਉਹਨਾਂ ਨੂੰ ਮੈਂ ਸਵਾਲ ਕਰਨਾ ਚਾਹੁੰਦਾ, ਚਾਹੇ ਸਰਸਾ ਹੋਇਆ, ਚਾਹੇ ਢੀਂਡਸਾ ਸਾਹਿਬ ਹੋ ਗਏ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਇਆ, ਕਿ ਤੁਸੀਂ ਤਾਂ ਘੱਟੋ ਘੱਟ ਉਹਨਾਂ 700 ਕਿਸਾਨਾਂ ਬਾਰੇ ਸੋਚੋ ਜਿਹੜੇ ਸ਼ਹੀਦੀਆਂ ਦੇ ਚੁੱਕੇ ਆ। ਤੁਸੀਂ ਬੇਸ਼ਰਮੀ ਨਾਲ ਉਹਨਾਂ ਦੀਆਂ ਲਾਸ਼ਾਂ ਉੱਪਰੋਂ ਲੰਘ ਕੇ ਜਾ ਕੇ ਸਮਝੌਤੇ ਕਰਦੇ ਫਿਰਦੇ ਹੋ। ਇਹ ਤਾਂ ਵੈਸੇ ਹੀ ਬੜੀ ਸ਼ਰਮ ਦੀ ਗੱਲ ਸੀ। ਸੋ ਇਹ ਜਿਹੜਾ ਨਵਾਂ ਨਾਰਾ, ਔਰ ਸਭ ਤੋਂ ਵੱਡੀ ਗੱਲ ਦੇਖੋ ਗੁਰਦੁਆਰਾ ਸਿੰਘ ਧਿਆਨ ਮੰਗਦੀ ਗੱਲ, ਮੈਂ ਬੜੇ ਸੋਚ ਸਮਝ ਕੇ ਗੱਲ ਕਹਿਣ ਲੱਗਾ ਕਿ 2 ਵਿਅਕਤੀਆਂ ਨੂੰ ਜਿਹੜਾ ਜੇਲ੍ਹਾਂ 'ਚੋਂ ਕੱਢਿਆ ਗਿਆ ਹਾਲ ਹੀ ਵਿੱਚ, ਉਹਨਾਂ ਵੱਲ ਮਾੜਾ ਜਿਹਾ ਧਿਆਨ ਦੇਈਏ ਆਪਾਂ। ਗੁਰਮੀਤ ਰਾਮ ਰਹੀਮ ਨੂੰ ਜੇਲ੍ਹ 'ਚੋਂ ਕੱਢਿਆ ਗਿਆ ਫਰਲੋ ਤੇ, ਜਿਸ ਦੀਆਂ ਹਰਕਤਾਂ ਕਰਕੇ ਸਿੱਖ ਹਿਰਦੇ ਵਲੂੰਦਰੇ ਗਏ ਸੀਗੇ। ਅਜੇ ਮਿਸ਼ਰਾ, ਉਸਦੇ ਬੇਟੇ ਨੂੰ ਬਾਹਰ ਕੱਢਿਆ ਗਿਆ, ਜਿਸ ਨੇ 4 ਸਿੱਖ ਕਿਸਾਨ ਗੱਡੀ ਥੱਲੇ ਡੜ ਦਿੱਤੇ। ਮਤਲਬ ਕਹਿਣ ਦਾ ਬੇਸ਼ਰਮੀ ਵੇਖੋ ਕਿ ਪੰਜਾਬ 'ਚ ਚੋਣਾਂ ਲੜ ਰਹੀ ਹੈ ਬੀਜੇਪੀ, ਜਿੱਤਣ ਦੇ ਸੁਪਨੇ ਵੀ ਲੈ ਰਹੀ ਹੈ ਔਰ ਸਿੱਖਾਂ ਨੂੰ ਗਲਵਕੜੀ ਲੈਣ ਦੇ ਡਰਾਮੇ ਵੀ ਕਰ ਰਹੀ ਹੈ। ਦੂਜੇ ਪਾਸੇ ਉਹਨਾਂ ਸ਼ਖਸੀਅਤਾਂ ਨੂੰ ਬਾਹਰ ਕੱਢਿਆ ਜਾ ਰਿਹਾ ਬੜੀ ਬੇਸ਼ਰਮੀ ਦੇ ਨਾਲ, ਜਿਨ੍ਹਾਂ ਉੱਪਰ ਇਲਜ਼ਾਮ ਨੇ ਜਾਂ ਸਿੱਖਾਂ ਨੂੰ ਕਤਲ ਕਰਨ ਦੇ ਜਾਂ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦੇ। ਤੇ ਕੀ ਮੈਸੇਜ ਦੇ ਰਹੇ ਹੋ ਤੁਸੀਂ? ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਤੁਹਾਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ, ਫਿਰ ਨਾਲੇ ਤੁਹਾਡੇ ਮੂੰਹ ਚਪੇੜ ਵੀ ਮਾਰ ਰਹੇ ਅਗਲੇ। ਇਹ ਤਾਂ ਫਿਰ ਗੈਰਤ ਹੀ ਸਿੱਖਾਂ ਦੀ ਮਰੀ ਹੋਏਗੀ ਜੇ ਹੁਣ ਵੀ ਉਹ ਬੀਜੇਪੀ ਨੂੰ ਵੋਟਾਂ ਪਾਉਣੀਆਂ ਇਹੋ ਜਿਹੇ ਆਗੂਆਂ ਦੇ ਮਗਰ ਲੱਗਣ। ਇਹ ਗੱਲਾਂ ਸੋਚਣ ਵਾਲੀਆਂ। ਇਸ ਮੌਕੇ 'ਤੇ ਇਹ 2 ਵਿਅਕਤੀਆਂ ਨੂੰ ਬਾਹਰ ਕੱਢਣਾ ਜੇ ਸਮਝਿਆ ਜਾਵੇ ਤਾਂ ਪੋਲੀਟੀਕਲ ਢੰਗ ਨਾਲ ਇਹ ਪੋਲੀਟੀਕਲ ਸੁਸਾਈਡ ਹੋ ਸਕਦੀ ਬੀਜੇਪੀ ਦੀ। ਫਿਰ ਵੀ ਕੱਢਿਆ ਜਾ ਰਿਹਾ, ਇਹਦਾ ਮਤਲਬ ਬੀਜੇਪੀ ਨੂੰ ਕੁਝ ਨਜ਼ਰ ਆ ਰਿਹਾ ਹੋਣਾ
ਜਾਂ ਇਹਨਾਂ ਜਿਹੜੇ ਸਿੰਘ ਸੂਰਮਿਆਂ ਨੇ, ਅਖੌਤੀ ਸਿੰਘ ਸੂਰਮਿਆਂ ਨੇ ਮੈਂ ਕਹੂੰਗਾ, ਜਾਂ ਇਹ ਕਹੂੰਗਾ ਸੰਘੀ ਸਿੰਘ, ਇਹ ਜਿਹੜੇ ਸੰਘੀ ਸਿੰਘ ਨੇ ਕੋਈ ਸਬਕ ਜਵਾਬ ਵਿਖਾ ਰਹੇ ਨੇ ਮੋਦੀ ਸਾਹਿਬ ਨੂੰ। ਹੁਣ ਉਹ ਸੌਦਾ ਕੀ ਹੋਇਆ ਉਹ ਤਾਂ ਇਹਨਾਂ ਨੂੰ ਪਤਾ ਹੋਊਗਾ, ਪਰ ਇਹ ਗੱਲਾਂ ਸੋਚਣ ਵਾਲੀਆਂ ਕਿ ਉਹ ਪੰਜਾਬ ਜਿਹੜਾ ਕੱਲ੍ਹ ਤੱਕ ਮੋਦੀ ਨੂੰ ਰਿਸਕ ਕਰਦਾ ਆ ਰਿਹਾ ਸੀਗਾ, ਅੱਜ ਉੱਥੇ ਇਹ ਨਾਅਰੇ ਗੂੰਜ ਰਹੇ ਨੇ, ਨਵਾਂ ਪੰਜਾਬ ਬੀਜੇਪੀ ਦੇ ਨਾਲ। ਸੋ ਵੋਟਰਾਂ ਕੋਲ ਉਹਨਾਂ ਨੂੰ ਮੌਕਾ ਹੈ ਕਿ ਇੱਕ ਵਾਰੀ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਚਪੇੜ ਮਾਰ ਕੇ ਦੱਸ ਦੇਣ ਕਿ ਪੰਜਾਬ ਕੀ ਚਾਹੁੰਦਾ। ਪਰ ਮੈਂ ਤਾਂ ਬਹੁਤਾ ਆਸਵੰਦ ਨਹੀਂ ਗਾ, ਕਿਉਂਕਿ ਹਕੀਕਤ ਦਾ ਸਾਹਮਣਾ ਕਰੀਏ। ਗੱਲਾਂ ਗੁਰਦਾਸਪੁਰ ਵਿੱਚ ਵੀ ਹੁੰਦੀਆਂ ਸੀਗੀਆਂ ਲੋਕ ਸਭਾ ਚੋਣਾਂ ਵੇਲੇ ਕਿ ਉੱਥੇ ਸਨੀ ਦਿਓਲ ਦੇ ਪੈਰ ਨਹੀਂ ਲੱਗਣੇ। ਸਨੀ ਦਿਓਲ ਨੇ ਨਲਕਾ ਚੁੱਕ ਕੇ ਸਾਰੇ ਪਾਸੇ ਗੇੜਾ ਦੇਤਾ, ਲੋਕਾਂ ਨੇ ਵੋਟਾਂ ਪਾਤੀਆਂ। ਉਸੇ ਸਨੀ ਦਿਓਲ ਨੇ ਬਾਅਦ 'ਚ ਸਿੱਖਾਂ ਨੂੰ, ਕਿਸਾਨਾਂ ਨੂੰ ਪਿੱਠ ਦਿੱਤੀ ਆ। ਤੁਹਾਨੂੰ ਲੋਕੀ ਸੋਚਣ, ਇਤਿਹਾਸ ਤਾਂ ਬਾਰ-ਬਾਰ ਦੁਹਰਾਇਆ ਜਾ ਰਿਹਾ ਵਾਲਾ। ਸੋ ਇਸ ਕਰਕੇ ਥੋੜ੍ਹੀ ਜਿਹੀ ਬੇਚੈਨੀ ਵੀ ਹੈ ਇਸ ਗੱਲ ਦੀ ਕਿ ਸਾਰੇ ਪਾਸੇ ਜ਼ੋਰ ਲੱਗਾ ਕਿ ਸ਼ਹਿਰੀ ਹਿੰਦੂ ਵੋਟ ਕਿਵੇਂ ਨਾਲ ਜੋੜਨੀ। ਸਾਰੀਆਂ ਪਾਰਟੀਆਂ ਦੇ ਵਿੱਚ, ਭਾਵੇਂ ਭਗਵੰਤ ਮਾਨ ਦੀ ਵੀ ਗੱਲ ਕਰ ਲਈਏ, ਜੋ ਮੋਦੀ ਨਾਲ ਪਿੱਛੇ ਹੋਇਆ ਫਿਰੋਜ਼ਪੁਰ, ਉਸਨੇ ਹੁੱਬ ਕੇ ਬਿਆਨ ਦਿੱਤਾ ਜਿਹੜਾ ਕਿ ਮੋਦੀ ਦੇ ਹੱਕ ਵਿੱਚ ਸੀਗਾ। ਜੇ ਸਮਝਿਆ ਜਾਵੇ ਤਾਂ ਤਿਰੰਗਾ ਰੈਲੀਆਂ ਤੁਹਾਡੀ ਆਮ ਆਦਮੀ ਪਾਰਟੀ ਕੱਢਦੀ ਫਿਰਦੀ ਹੈ। ਦਵਿੰਦਰਪਾਲ ਭੁੱਲਰ ਦੇ ਮਾਮਲੇ ਤੁਸੀਂ ਫਲਿੱਪ ਫਲੌਪ ਮਾਰਿਆ, ਕੋਈ ਗੱਲ ਲੁਕੀ ਛਿਪੀ ਹੈ ਨਹੀਂ। ਰਾਘਵ ਚੱਡੇ ਦੇ ਬਿਆਨ ਦੇਖ ਲਓ, ਨਵਜੋਤ ਸਿੱਧੂ ਦੀ ਬਾਬਤ ਕੀ ਸੀਗੇ, ਜਸਟਿਨ ਟਰੂਡੋ ਦੇ ਬਾਬਤ ਕੀ ਸੀਗੇ। ਕਿਹੜੀ ਪਾਰਟੀ ਹੈ ਜਿਹੜੀ ਕਿ ਉਸ ਇਡੀਓਲੋਜੀ ਨੂੰ ਫਾਈਟ ਦੇ ਰਹੀ ਹੈ? ਈਵਨ ਨਵਜੋਤ ਸਿੱਧੂ ਵੀ ਉਸ ਇਡੀਓਲੋਜੀ ਨੂੰ ਫਾਈਟ ਨਹੀਂ ਦੇ ਸਕਿਆ। ਪਹਿਲਾਂ ਬੀਜੇਪੀ 'ਚ ਵੜਿਆ ਰਿਹਾ, ਅੱਜ ਵੀ ਜੇ ਬਾਹਰ ਵੀ ਆ ਗਿਆ ਤੇ ਇਡੀਓਲੋਜੀਕਲੀ ਆਰਐਸਐਸ ਦੀ ਹਿੰਦੂਤਵ ਆਈਡੀਓਲੋਜੀ ਨੂੰ ਕੋਈ ਫਾਈਟ ਨਹੀਂ ਦੇ ਰਿਹਾ। ਉਲਟਾ ਅਕਾਲੀ ਦਲ ਵਾਲੇ ਜਿਨ੍ਹਾਂ ਨੇ ਤੋੜੂ ਛੋੜਾ ਤਾਂ ਕਰ ਲਿਆ ਵੱਖਰੀ ਤੌਰ 'ਤੇ, ਅੱਜ ਸ਼ਿਵ ਸੈਨਾ ਵਾਲੇ ਲਈ ਫਿਰਦੇ ਨਾਲ। ਮਦਨ ਮੋਹਨ ਮਿੱਤਲ ਵਰਗਾ ਜਿਹੜਾ ਆਰਐਸਐਸ ਦਾ ਬੰਦਾ, ਉਹ ਉਹਨਾਂ ਦਾ ਕੈਂਡੀਡੇਟ ਹੋਊਗਾ। ਸੋ ਇਹ ਗੱਲਾਂ ਦੱਸਦੀਆਂ ਕਿ ਉਸ ਇਡੀਓਲੋਜੀ ਨੂੰ ਫਾਈਟ ਨਹੀਂ ਦਿੱਤੀ ਜਾ ਰਹੀ ਜਿਹੜੀ ਪੰਜਾਬ ਵਿੱਚ ਪੈਰ ਲਾਉਣ ਨੂੰ ਤਤਪਰ ਆ। ਔਰ ਬੀਜੇਪੀ ਕਰੀਅਰ ਪੋਲੀਟੀਸ਼ੀਅਨ ਦਾ ਗਰੁੱਪ ਨਹੀਂ ਗਾ ਕਿ ਜਿਹੜੇ ਸੋਚ ਕੇ ਬੈਠੇ ਕਿ ਚਲੋ 5 ਸਾਲ ਹਾਰ ਗਏ, 5 ਸਾਲ ਬਾਹਰ ਰਹਿ ਲਵਾਂਗੇ, 5 ਸਾਲ ਜਿੱਤ ਜਾਵਾਂਗੇ। ਇਹ ਉਹ ਲੋਕ ਹੈ ਜਿਹੜੇ ਲੰਬੇ ਸਮੇਂ ਲਈ ਸਮਾਜ ਦੀ ਸ਼ਕਲ ਬਦਲਣ ਲਈ ਬਜ਼ਦ ਨੇ। ਹਿੰਦੁਸਤਾਨ ਦਾ ਰੰਗ ਬਦਲ ਕੇ ਰੱਖ ਦਿੱਤਾ। ਪੰਜਾਬ 'ਚ ਵੀ ਤਕਦੀਰ ਇਹੋ ਜਿਹੀ ਬਦਲੀ ਜਾ ਸਕਦੀ ਹੈ, ਇਸ ਦੇ ਬਾਰੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ। ਬਿਲਕੁਲ ਇਸ ਗੱਲ ਦੇ ਵਿੱਚ ਦੋ ਰਾਵਾਂ ਨਹੀਂ ਕਿ ਕੁਝ ਇੱਕ ਸਿਆਸੀ ਪਾਰਟੀਆਂ ਜਿਨ੍ਹਾਂ 'ਚ ਬੀਜੇਪੀ ਹੈ ਜਾਂ ਕਾਂਗਰਸ ਹੈ ਜਾਂ ਅਕਾਲੀ ਹੈ, ਬਸਪਾ ਜਾਂ ਫਿਰ ਆਪ, ਇਹਨਾਂ ਸਾਰੀਆਂ ਦੇ ਆਲੇ ਦੁਆਲੇ ਦਾਰੋਮਦਾਰ ਘੁੰਮਦਾ ਤੇ ਇਹੀ ਲੱਗ ਰਿਹਾ ਕਿ ਜਿਹੜਾ ਮੀਡੀਆ ਵੀ ਹੈ ਜਿਸ ਤਰ੍ਹਾਂ ਪ੍ਰਚਾਰ ਕਰ ਰਿਹਾ, ਇਹਨਾਂ ਦੀਆਂ ਉਹ ਨੀਤੀਆਂ ਜਿਹੜੀਆਂ ਜਿਸ ਕਿਸਮ ਦੀਆਂ ਨੇ ਉਹਨਾਂ ਨੂੰ ਬਕਾਇਦਾ ਤੌਰ 'ਤੇ ਪ੍ਰਚਾਰ ਕੇ ਲੋਕਾਂ ਦਾ ਬ੍ਰੇਨ ਵਾਸ਼ ਕੀਤਾ ਜਾ ਰਿਹਾ। ਪਰ ਉੱਥੇ ਹੋਰ ਧਿਰਾਂ ਵੀ ਨੇ ਜਿਹੜੀਆਂ ਆਵਾਜ਼ ਬੁਲੰਦ ਕਰ ਰਹੀਆਂ ਨੇ, ਉਹਨਾਂ ਨੂੰ ਹਾਸ਼ੀਏ 'ਤੇ ਕਰ ਦਿੱਤਾ ਗਿਆ ਮੀਡੀਆ ਵੱਲੋਂ ਹੀ। ਉਹਨਾਂ ਦਾ ਜ਼ਿਕਰ ਤੱਕ ਨਹੀਂ ਹੁੰਦਾ। ਚਰਚਾ ਇਹਨਾਂ ਦੀ ਵੀ ਹੁੰਦੀ ਹੈ ਅਤੇ ਚਰਚਾ ਵੀ ਕਿਸ ਕਿਸਮ ਦੀ ਹੁੰਦੀ ਹੈ ਕਿ ਜਿਹੜਾ ਰਾਸ਼ਟਰਵਾਦ ਦਾ ਜਿਹੜਾ ਇਸ ਵੇਲੇ ਪੁਲੰਦਾ ਹੈ ਉਸ ਨੂੰ ਖੋਲ੍ਹਿਆ ਜਾਏ। ਜਿਵੇਂ ਕਿ ਅੱਜ ਦੀ ਤਾਰੀਖ ਦੇ ਵਿੱਚ ਨਾ ਸਿਰਫ ਆਹ ਹੀ ਜਿਹੜੀ ਅਜੇ ਮਿਸ਼ਰਾ ਜਾਂ ਇਸ ਦੇ ਨਾਲ ਬਦਮਾਸ਼ੀ ਦੇ ਨਾਲ ਰਾਮ ਰਹੀਮ ਵਰਗਿਆਂ ਨੂੰ ਰਿਹਾ ਕਰਕੇ ਐਨ ਆਖਰੀ ਮੌਕੇ 'ਤੇ ਜਦੋਂ ਸਰਸਾ ਦੇ ਚੇਲਿਆਂ ਨੇ ਐਨ ਮੌਕੇ 'ਤੇ 2 ਦਿਨ ਪਹਿਲਾਂ ਐਲਾਨ ਕਰਨਾ ਕਿ ਅਸੀਂ ਕਿਸੇ ਨੂੰ ਸਪੋਰਟ ਕਰਨੀ ਹੈ, ਉਸ ਨੂੰ ਇਉਂ ਪੇਸ਼ ਕੀਤਾ ਜਾ ਰਿਹਾ। ਦੂਸਰੇ ਪਾਸੇ ਇਹ ਸਮਝਿਆ ਜਾ ਰਿਹਾ ਕਿ ਪੰਜਾਬ ਜਿੱਥੇ ਸਿੱਖ ਘੱਟ ਗਿਣਤੀ 'ਚ ਨਹੀਂ, ਪਰ ਉਹਨਾਂ ਦੀ ਵੋਟ ਦਾ ਕੋਈ ਫਿਕਰ ਨਹੀਂ ਕਿਉਂਕਿ ਉਹ ਟੁਕੜਿਆਂ 'ਚ ਵੰਡੀ ਹੈ ਅਤੇ ਜਿਸ ਕਿਸਮ ਦੇ ਅਗਵਾਈ ਦੇਣ ਵਾਲੇ ਵਿਕਾਊ ਸੋਚ ਵਾਲੇ ਨੇ, ਉਹਨਾਂ ਨੇ ਇਸ ਨੂੰ ਅਲੱਗ-ਅਲੱਗ ਹਿੱਸਿਆਂ 'ਚ ਤਕਸੀਮ ਕਰ ਦਿੱਤਾ ਹੈ। ਪਰ ਰਾਸ਼ਟਰੀ ਨੀਤੀ ਦੇ ਅਧੀਨ ਇੱਕ ਹੋਰ ਏਜੰਡਾ ਉਹ ਪੰਜਾਬ ਦੇ ਵਿੱਚ ਵੀ ਖੇਡਿਆ ਜਾ ਰਿਹਾ, ਯੂਪੀ 'ਚ ਵੀ, ਉੱਤਰਾਖੰਡ ਦੇ ਵਿੱਚ ਵੀ, ਬਾਕੀ ਸੂਬਿਆਂ 'ਚ। ਉਹ ਕੀ ਹੈ? ਕਰਨਾਟਕਾ ਦੇ ਵਿੱਚ ਉੱਥੋਂ ਦੇ ਜੋ ਲਾ ਐਂਡ ਆਰਡਰ ਨੂੰ ਲੈ ਕੇ ਚਰਚਾ ਜਿਹੜੀ ਚੱਲ ਰਹੀ ਹੈ, ਖਾਸ ਤੌਰ 'ਤੇ ਉੱਥੇ ਹਿਜਾਬ ਪਹਿਨਣ 'ਤੇ ਪਾਬੰਦੀ ਦੀ ਗੱਲ। ਅਤੇ ਉਸ ਪਾਬੰਦੀ ਨੂੰ ਲੈ ਕੇ ਜੇ ਯੂਪੀ ਦਾ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਸਾਡਾ ਦੇਸ਼ ਸੰਵਿਧਾਨ ਅਨੁਸਾਰ ਚੱਲੇਗਾ, ਕੋਈ ਜਿਹੜਾ ਸ਼ੀਆ ਕਾਨੂੰਨ ਜਾਂ ਮੁਸਲਿਮ ਕਾਨੂੰਨਾਂ ਅਨੁਸਾਰ ਨਹੀਂ, ਇਹ ਗੱਲ ਉਹ ਬਿਆਨ ਦੇ ਰਿਹਾ। ਫਿਰ ਉਸ ਨੂੰ ਪੰਜਾਬ 'ਚ ਵੀ ਲਿਆਂਦਾ ਜਾ ਰਿਹਾ ਕਿ ਦੇਖੋ ਜੀ ਜਿਸ ਕਿਸਮ ਦਾ ਮਾਹੌਲ ਹੈ, ਅਸੀਂ ਜਿਹੜਾ ਹੈ ਇੱਥੋਂ ਦੇ ਹਿੰਦੂ ਭਾਈਚਾਰੇ ਨੂੰ ਹਾਈਲਾਈਟ ਕਰਕੇ ਜਾਂ ਫਿਰ ਸਿੱਖਾਂ ਦੀਆਂ ਗੱਲਾਂ ਕਰਕੇ ਮੁਸਲਮਾਨਾਂ ਨੂੰ ਹਾਸ਼ੀਏ 'ਤੇ ਭੇਜਿਆ ਜਾ ਰਿਹਾ। ਇਸੇ ਤਰੀਕੇ ਨਾਲ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕਈਆਂ ਦੇ ਵੱਲੋਂ। ਉਹ ਇਸ ਨੂੰ ਇੱਕ ਤਰ੍ਹਾਂ ਵੱਖਰੇ ਤੌਰ 'ਤੇ ਹਿਜਾਬ ਦੇ ਵਿਰੋਧ ਦੇ ਵਿੱਚ ਭੁਗਤ ਰਹੇ ਨੇ, ਜਦੋਂ ਸਾਰੇ ਪੋਲੀਟੀਸ਼ੀਅਨ ਜਾਂ ਇਸ ਮਾਮਲੇ 'ਤੇ ਜ਼ੁਬਾਨ ਬੰਦ ਕਰੀ ਬੈਠੇ ਨੇ ਜਾਂ ਬੀਜੇਪੀ ਇਸ ਦੇ ਨਾਲ ਵੋਟਰਾਂ ਨੂੰ ਧਰੁਵੀਕਰਨ ਕਰ ਰਹੀ ਹੈ, ਉਹਨਾਂ ਦਾ ਸੈਂਟਰਲਾਈਜੇਸ਼ਨ ਕਰ ਰਹੀ ਹੈ, ਵੋਟਾਂ ਨੂੰ ਇੱਕ ਥਾਂ 'ਤੇ ਇਕੱਠਿਆਂ ਕਰ ਰਹੀ ਹੈ ਆਪਣੀ ਸੋਚਦਿਆਂ ਨੂੰ। ਉਸ ਵੇਲੇ ਪੰਜਾਬ ਦੇ ਵਿੱਚ ਇੱਕ ਰਾਜਨੀਤਿਕ ਪਾਰਟੀ ਦਾ ਆਗੂ ਇਸ ਗੱਲ ਨੂੰ ਚੁਣੌਤੀ ਦੇ ਰਿਹਾ। ਉਹ ਚੁਣੌਤੀ ਕੌਣ ਦੇ ਰਿਹਾ? ਉਹ ਹੈ ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ ਅੰਮ੍ਰਿਤਸਰ ਦਾ ਆਗੂ। ਉਹ ਬੇਪਰਵਾਹ ਹੋ ਕੇ ਹਿਜਾਬ ਵਾਲੀ ਇੱਕ ਬੱਚੀ ਨੂੰ ਬੁੱਕਲ 'ਚ ਲੈ ਕੇ ਆਪਣੀ ਘਨੇੜੀ ਚੱਕ ਕੇ ਇਹ ਕਹਿ ਰਿਹਾ ਕਿ ਮੈਨੂੰ ਕੋਈ ਪਰਵਾਹ ਨਹੀਂ। ਹੁਣ ਦਲੇਰ ਕੌਣ ਹੈ ਪੰਜਾਬ ਦੇ ਲਈ? ਹੱਕ ਦੇ ਲਈ ਲੜ ਕੌਣ ਰਿਹਾ? ਸੋਚਣ ਵਾਲੀ ਗੱਲ ਹੈ। ਵੋਟਾਂ ਕਿੰਨੀਆਂ ਪੈਂਦੀਆਂ ਨਹੀਂ ਪੈਂਦੀਆਂ ਵੱਖਰੀ ਗੱਲ ਹੈ,
ਪਰ ਆਵਾਜ਼ ਬੁਲੰਦ ਕਰਨ ਵਾਲਾ। ਇਹਨਾਂ ਨੂੰ ਜਿਨ੍ਹਾਂ ਨੂੰ ਹਾਸ਼ੀਏ ਤੇ ਧੱਕਿਆ ਗਿਆ ਮੀਡੀਆ ਵੱਲੋਂ, ਉਹਨਾਂ ਦੀ ਗੱਲ ਕਰੀਏ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਜਿਹੜੇ ਰਵਾਇਤੀ ਪਾਰਟੀਆਂ ਦੇ ਆਗੂਆਂ ਤੋਂ 100 ਗੁਣਾ ਚੰਗੇ ਨੇ। ਦੇਖੋ, ਮੈਂ ਇਹ ਗੱਲ ਕਹੂੰਗਾ ਬੜਾ ਸਪਸ਼ਟ ਸ਼ਬਦਾਂ ਵਿੱਚ, ਜੀ, ਪੰਜਾਬ ਵਿੱਚ ਜੇ ਕੋਈ ਹਿੰਦੂਤਵਾ ਦੀ ਸੋਚ ਨੂੰ ਲੜਾਈ ਦੇ ਸਕਦਾ ਤਾਂ ਉਹ ਮਾਨ ਦੇ ਸਕਦਾ, ਜਾਂ ਜਿਹਨਾਂ ਨੂੰ ਰੈਡੀਕਲ ਕਹਿ ਕੇ ਭੰਡਦੇ ਨੇ ਉਹ ਦੇ ਸਕਦੇ ਆ। ਬਾਕੀ ਸਾਰੇ ਖੱਸੀ ਹੋ ਚੁੱਕੇ ਆ। ਕੋਟਾਂ ਵੈਸੇ ਹੀ ਰਖੇਲਾਂ ਬਣ ਚੁੱਕੀਆਂ ਸਰਕਾਰ ਦੀਆਂ, ਉਹ ਤੁਸੀਂ ਵੇਖ ਹੀ ਰਹੇ ਆ। ਉੱਤੋਂ ਸਿੱਖ ਲੀਡਰ ਇਹੋ ਜਿਹੇ ਵਿਕਾਊ ਮਾਲ ਮਿਲਵਰਤੀਆਂ ਜਿਹੜੇ ਮੂਹਰੇ ਹੋਏ ਬੇਸ਼ਰਮ ਹੋ ਕੇ, ਇਹੋ ਜਿਹੇ ਆਲਮ ਵਿੱਚ ਸਿਮਰਨਜੀਤ ਸਿੰਘ ਮਾਨ ਤੋਂ ਉਮੀਦ ਕਰ ਸਕਦੇ ਹਾਂ ਆਪਾਂ। ਹੁਣ ਵੇਖਣਾ ਕਿ ਕਿੰਨੇ ਕੁ ਲੋਕ ਉਹ ਦਰਦ ਰੱਖਦੇ, ਮਹਿਸੂਸ ਕਰਦੇ। ਔਰ ਦੇਖੋ, ਹਿਜਾਬ ਨੂੰ ਮੈਂ ਦਲੀਲ ਦੇ ਤੌਰ 'ਤੇ ਗੱਲ ਕਹਿਣ ਲੱਗਾ। ਜਿਹੜੇ ਲੋਕ ਕਹਿੰਦੇ ਨਾ ਹਿਜਾਬ ਦਾ ਰੌਲਾ ਜਿਹਨਾਂ ਨੇ ਪਾਇਆ, ਰਕੇਸ਼ ਟਿਕੈਤ ਨੇ ਬੜਾ ਵਧੀਆ ਬਿਆਨ ਦਿੱਤਾ। ਉਹ ਕਹਿੰਦਾ ਹਿਜਾਬ ਦੀ ਗੱਲ ਛੱਡੋ, ਹਿਸਾਬ ਦੀ ਗੱਲ ਕਰੋ। ਤੁਸੀਂ ਜਿਹੜਾ ਹੁਣ ਤੱਕ ਕੰਮ ਕੀਤਾ ਉਹਦੇ ਚ ਤੁਸੀਂ ਕੀ ਕਰਕੇ ਵਿਖਾਇਆ ਅੱਜ ਤੱਕ? ਯੂਪੀ 'ਚ ਕਿਹੜਾ ਕੰਮ ਇਹੋ ਜਿਹਾ ਕੀਤਾ ਜਿਹਦੇ ਕਰਕੇ ਲੋਕ ਤੁਹਾਨੂੰ ਵੋਟਾਂ ਪਾਉਣ? ਤੁਹਾਡੇ ਕੋਲ ਹਿਸਾਬ ਦੇਣ ਨੂੰ ਹੈ ਨਹੀਂ, ਇਸ ਕਰਕੇ ਹਿਜਾਬ ਦਾ ਮਸਲਾ ਚੁੱਕ ਲਿਆ। ਅਰੁੰਧਤੀ ਰੋਏ ਦਾ ਅੱਜ ਇੰਟਰਵਿਊ ਕਿਤੇ ਨਸ਼ਰ ਹੋਇਆ, ਜਿਹੜੀ ਕਹਿੰਦੀ ਹੈ ਸਪਸ਼ਟ ਸ਼ਬਦਾਂ ਦੇ ਵਿੱਚ ਕਿ ਹਿਜਾਬ ਦੇ ਉੱਤੇ ਕੁਐਸਚਨ ਕਰਨ ਵਾਲੇ ਲੋਕ ਇਹ ਕੁਐਸਚਨ ਕਿਉਂ ਨਹੀਂ ਕਰਦੇ ਕਿ ਯੋਗੀ ਦੀ ਹਿੰਮਤ ਕਿਵੇਂ ਪਈ ਕਿ ਉਹ ਭਗਵੇਂ ਬਸਤਰ ਪਾ ਕੇ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਾ, ਜਾਂ ਤਾਂ ਉਹ ਭਗਵੇਂ ਬਸਤਰ ਨਾ ਪਾਵੇ। ਜਿਹੜੇ ਲੋਕ ਅੱਜ ਹਿਜਾਬ ਲਾਉਣ ਨੂੰ ਫਿਰਦੇ ਆ, ਕੱਲ੍ਹ ਨੂੰ ਜਗੀਰ ਕੌਰ ਦੀ ਚੁੰਨੀ ਵੀ ਲਾਉਣਗੇ, ਇਹ ਗੱਲ ਯਾਦ ਰੱਖਿਓ। ਹੁਣ ਮੈਂ ਦਲੀਲ ਦੇ ਤੌਰ 'ਤੇ ਜਿਹੜੀ ਗੱਲ ਕਹਿਣ ਲੱਗਾ ਕਿ ਹਿਜਾਬ ਦੇ ਵਿੱਚ, ਨਕਾਬ ਵਿੱਚ ਅਤੇ ਬੁਰਕੇ 'ਚ ਫਰਕ ਆ। ਹਿਜਾਬ ਸਿਰਫ ਸਿਰ ਢੱਕਦੀਆਂ ਔਰਤਾਂ ਤਹਿਜ਼ੀਬ ਵਜੋਂ ਉਹਨਾਂ ਨੂੰ ਚੰਗਾ ਲੱਗਦਾ। ਜਿਵੇਂ ਸਾਡੇ ਸਿੱਖ ਬੀਬੀਆਂ ਕਈ ਵਾਰੀ ਸਿਰ 'ਤੇ ਚੁੰਨੀਆਂ ਲੈਂਦੀਆਂ, ਉਹਨਾਂ ਨੂੰ ਚੰਗਾ ਲੱਗਦਾ, ਮਾਣ ਮਹਿਸੂਸ ਹੁੰਦਾ। ਉਹੋ ਜਿਹਾ ਬੀਬੀ ਜਗੀਰ ਕੌਰ ਨੂੰ ਮਾਣ ਮਹਿਸੂਸ ਹੁੰਦਾ। ਅੱਜ ਉਹ ਹਿਜਾਬ ਨੂੰ ਹੱਥ ਪਾ ਰਹੇ ਨੇ, ਕੱਲ੍ਹ ਨੂੰ ਤੁਹਾਡੀ ਜਗੀਰ ਕੌਰ ਦੀ ਚੁੰਨੀ ਨੂੰ ਹੱਥ ਪਾਉਣਗੇ, ਔਰ ਤੁਹਾਡੇ ਦਸਤਾਰਾਂ ਨੂੰ ਵੀ ਪਾ ਸਕਦੇ ਆ। ਇਹ ਭੁਲੇਖੇ 'ਚ ਨਾ ਰਿਓ। ਸੋ ਇਹ ਜਿਹੜਾ ਹਾਲਾਤ ਬਣੇ ਹੋਏ ਹਿਜਾਬ ਦੇ, ਇਹਨੂੰ ਇਸ ਤਰ੍ਹਾਂ ਲਿਆ ਜਾਵੇ। ਇੱਥੇ ਵੇਖੋ, ਅਸੀਂ ਕੈਨੇਡਾ 'ਚ ਬੈਠੇ ਜਾਂ ਇੰਡੀਆ 'ਚ ਬੈਠੇ, ਜਦੋਂ ਫਰਾਂਸ ਦੇ ਵਿੱਚ ਕਾਨੂੰਨ ਪਾਸ ਹੋਇਆ, ਅਸੀਂ ਰੌਲਾ ਪਾਇਆ ਕਿ ਪੱਗਾਂ ਦੇ ਖਿਲਾਫ ਕਿਉਂ ਕਾਨੂੰਨ ਪਾਸ ਹੋਏ ਨੇ, ਹਿਜਾਬ ਦੇ ਖਿਲਾਫ। ਤੇ ਹਿੰਦੁਸਤਾਨ 'ਚ ਕੀ ਹੋ ਰਿਹਾ? ਉੱਥੇ ਅਸੀਂ ਚੁੱਪ ਹਾਂ। ਇਹ ਦੋਗਲੀ ਨੀਤੀ ਕਿਹੜੀ ਗੱਲੋਂ? ਇੱਥੇ ਕਿਊਬੈਕ ਸੂਬੇ ਵਿੱਚ ਧਾਰਮਿਕ ਚਿੰਨ੍ਹਾਂ 'ਤੇ ਪਾਬੰਦੀ ਲੱਗੀ ਹੋਈ ਆ, ਅਸੀਂ ਇੱਥੇ ਬੈਠੇ ਚੀਕਾਂ ਮਾਰੀ ਜਾਂਦੇ ਹਾਂ। ਇੰਡੀਆ 'ਚ ਚੀਕਾਂ ਮੱਚ ਰਹੀਆਂ ਨੇ। ਤੇ ਫਿਰ ਹਿਜਾਬ ਦਾ ਰੌਲਾ ਜਿਹੜਾ ਬੀਜੇਪੀ ਨੇ ਪਾਇਆ ਉੱਥੇ, ਉਸ ਦੇ ਖਿਲਾਫ ਤੁਸੀਂ ਕਿਉਂ, ਤੁਹਾਡਾ ਮੂੰਹੋਂ ਕੋਈ ਲਫ਼ਜ਼ ਕਿਉਂ ਨਹੀਂ ਨਿਕਲਦਾ? ਜੇ ਅਸੀਂ ਕਹਿੰਦੇ ਹਾਂ ਕਿ ਉਹ ਵੰਨ ਸੁਵੰਨਤਾ ਵਾਲਾ ਦੇਸ਼ ਹੈ, ਵਿਭਿੰਨਤਾ ਉਸ ਦੀ ਖੂਬੀ ਹੈ, ਤਾਂ ਫਿਰ ਠੀਕ ਹੈ, ਹਿਜਾਬ ਵਾਲੀਆਂ ਔਰਤਾਂ ਨੂੰ ਸਵੀਕਾਰ ਕਰੋ, ਤੁਹਾਡੀਆਂ ਆਪਣੀਆਂ ਬੱਚੀਆਂ ਨੇ। ਇਸ ਕਿਸਮ ਦੀ ਬਦਤਮੀਜ਼ੀ ਔਰ ਬੇਹਯਾਈ ਜਿਹੜੀ ਉੱਥੇ ਹੋ ਰਹੀ ਆ, ਕਿਉਂਕਿ ਸਰਕਾਰ ਬਾਕੀ ਸਾਰੇ ਫਰੰਟਾਂ 'ਤੇ ਫੇਲ ਹੋ ਚੁੱਕੀ ਹੈ। ਕੱਢਣ ਪਾਉਣ ਨੂੰ ਕੱਖ ਨਹੀਂ ਸਰਕਾਰ ਕੋਲ। ਤੇ ਹੁਣ ਹਿਜਾਬ ਦਾ ਮੁੱਦਾ ਚੱਕ ਕੇ ਬਹੁ ਗਿਣਤੀ ਦੀਆਂ ਵੋਟਾਂ ਬਟੋਰਨ 'ਚ ਲੱਗੇ ਹੋਏ ਆ। ਮੈਨੂੰ ਇੰਝ ਪ੍ਰਤੀਤ ਹੁੰਦਾ ਕਿ ਬੀਜੇਪੀ ਦੀ ਕੈਲਕੂਲੇਸ਼ਨ ਹੈ ਆਪਣੀ, ਕਿ ਸ਼ਹਿਰੀ ਜਿਹੜੀ ਹਿੰਦੂ ਵੋਟ ਆ ਉਹ ਸਾਡੀ ਜੇਬ 'ਚ ਪੱਕੇ ਤੌਰ 'ਤੇ ਪੈ ਜਾਣੀ ਹੈ। ਉਹਦੇ ਲਈ ਇੱਕ ਮਾਹੌਲ ਖੜਾ ਕਰ ਦਿੱਤਾ ਗਿਆ ਕਿ ਪਾਕਿਸਤਾਨ ਦਾ ਬਾਰਡਰ ਨਾਲ ਲੱਗਦਾ, ਜਿਹਦੇ ਲਈ ਪਹਿਲਾਂ ਅਮਰਿੰਦਰ ਸਿੰਘ ਨੇ ਜ਼ਮੀਨ ਤਿਆਰ ਕੀਤੀ ਹੋਈ ਹੈ। ਨਵਜੋਤ ਸਿੰਧੂ ਦੀ ਭੱਡੀ ਵੀ ਇਸ ਨੁਕਤੇ ਤੋਂ ਕੀਤੀ ਗਈ ਕਿ ਇਮਰਾਨ ਖਾਨ ਦੇ ਹੱਕ 'ਚ ਬੋਲਿਆ, ਇਸ ਗੱਲ ਨੂੰ ਉਭਾਰਿਆ ਗਿਆ। ਹੁਣ ਲੈ ਦੇ ਕੇ ਕਿ ਪੰਜਾਬ ਵਿੱਚ ਸਿੱਖ ਉਸ ਤਰ੍ਹਾਂ ਦੀ ਬਹੁ ਗਿਣਤੀ 'ਚ ਨਹੀਂ ਗਏ ਜਿਵੇਂ ਕਸ਼ਮੀਰ 'ਚ ਮੁਸਲਮਾਨ ਬਹੁ ਗਿਣਤੀ 'ਚ ਨੇ, ਜਿਹਦਾ ਖੈਰ ਭਵਿੱਖ ਇਹਨਾਂ ਨੇ ਪਹਿਲਾਂ ਹੀ ਤੈਅ ਕਰ ਦਿੱਤਾ। ਪਰ ਪੰਜਾਬ ਵਿੱਚ 60-40 ਦੀ ਰੇਸ਼ੀਓ ਆ। ਬੀਜੇਪੀ ਦੀ ਸ਼ਾਇਦ ਕੈਲਕੂਲੇਸ਼ਨ ਹੈ ਕਿ 40% ਦੀ ਜਿਹੜੀ ਵੋਟ ਆ ਸਾਡੀ ਜੇਬ 'ਚ ਪੱਕੇ ਤੌਰ 'ਤੇ ਪਈ ਹੋਈ ਆ, ਜਿਹੜੀ 60% ਦੀ ਵੋਟ ਆ ਉਹਨੂੰ ਅਸੀਂ ਤੋੜ ਭੰਨ ਕਿਵੇਂ ਕਰਨੀ ਹੈ ਤਾਂ ਜੋ ਅਸੀਂ ਕਾਮਯਾਬ ਹੋ ਜਾਈਏ। ਤਾਂ ਕਰਕੇ ਵਿਕਾਊ ਸਿੱਖ ਜਿਹੜੇ ਨਾਲ ਇਹਨਾਂ ਨੇ ਜੁੜੇ ਹੋਏ, ਇਹ ਉਹਨਾਂ ਦੀ ਗੇਮ ਚੱਲ ਰਹੀ ਹੈ। ਹੁਣ ਅਗਾਂਹ ਲੋਕਾਂ ਨੇ ਵੇਖਣਾ ਕਿੰਨਾ ਕੁ ਸੰਭਲ ਕੇ ਚੱਲਣ 'ਚੋਂ ਕਾਮਯਾਬ ਹੁੰਦੇ। ਸੱਚਾਈ ਇਹੀ ਹੈ ਕਿ ਜਿਸ ਕਿਸਮ ਦਾ ਪੰਜਾਬ ਦੇ ਵਿੱਚ ਇਸ ਵੇਲੇ ਰਾਜਨੀਤਿਕ ਮਾਹੌਲ ਤਿਆਰ ਕੀਤਾ ਜਾ ਰਿਹਾ, ਉਸ ਦੇ ਵਿੱਚ ਇਹ ਜਿਹੜੀ ਗੇਮ ਖੇਡੀ ਜਾ ਰਹੀ ਹੈ ਬੀਜੇਪੀ ਤੇ ਮੁੱਖ ਤੌਰ 'ਤੇ ਦੁਜੈਲੇ ਤੌਰ 'ਤੇ ਜਿਹੜੀ ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਦੀ ਬਿਆਨਬਾਜ਼ੀ। ਹੁਣ ਜਦੋਂ ਸੁਨੀਲ ਜਾਖੜ ਨਾਂ ਦਾ ਵਿਅਕਤੀ, ਜਿਹੜਾ ਕਿ ਕਾਂਗਰਸ ਦਾ, ਜਿਸ ਦਾ ਹਿੰਦੂ ਚਿਹਰਾ ਹੈ, ਜਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਂ ਇੱਕ ਹਿੰਦੂ ਹੋਣ ਦੇ ਨਾਤੇ ਮੇਰੀ ਮੁੱਖ ਮੰਤਰੀ ਦੀ ਕੁਰਸੀ, ਮੈਨੂੰ ਉਮੀਦਵਾਰੀ ਜਿਹੜੀ ਹੈ ਉਹ ਨਹੀਂ ਮਿਲੀ। ਹੁਣ ਉਹਦਾ ਦਰਦ ਰਾਘਵ ਚੱਡਾ ਨੂੰ ਬਹੁਤ ਹੋ ਰਿਹਾ ਤੇ ਉਹ ਕੀ ਬਿਆਨ ਦੇ ਰਿਹਾ? ਉਹ ਕਹਿ ਰਿਹਾ ਕਿ ਦੇਖੋ ਜੀ, ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਧੱਕਾ, ਤੇ ਇਹ ਗੱਲ ਨੂੰ ਬਾਰ-ਬਾਰ ਉਹ ਦੁਹਰਾ ਰਿਹਾ, ਹਰ ਸਟੇਜ ਤੇ ਇਸ ਗੱਲ ਨੂੰ ਪੇਸ਼ ਕਰ ਰਿਹਾ। ਇੱਥੋਂ ਤੱਕ ਕਿ ਇਹ ਕਹਿ ਰਿਹਾ ਕਿ ਉਸ ਦੀ ਜਿਹੜੀ ਹਿੰਦੂ ਹੋਣਾ ਹੀ ਉਸ ਦੀ ਬਹੁਤ ਵੱਡੀ ਜਿਹੜੀ ਹੈ ਗੁਸਤਾਖੀ ਹੈ ਜਾਂ ਉਸ ਦੀ ਘਾਟ ਹੈ। ਇਸ ਕਿਸਮ ਦੀ ਰਾਜਨੀਤੀ, ਉਹ ਵੀ ਇੱਕ ਉਹ ਜਿਹੜੀ 40% ਦੀ ਵੋਟ ਹੈ ਉਹਦੇ 'ਤੇ ਪੂਰੀ ਤਰ੍ਹਾਂ ਗਲਬਾ ਮਾਰਨ ਨੂੰ ਬੈਠਾ। ਸਾਧਾਂ ਦੀਆਂ ਵੋਟਾਂ, ਡੇਰਿਆਂ ਦੀਆਂ, ਉਹ ਇੱਕ ਪਾਸੇ ਜਿਹੜਾ ਰਾਮ ਰਹੀਮ ਹੈ ਉਹਦੀ ਵੋਟ 'ਤੇ ਸਾਰਿਆਂ ਦੀ ਅੱਖ ਹੈ, ਦੂਜੇ ਪਾਸੇ ਅਕਾਲੀ ਦਲ, ਬਸਪਾ, ਉਹਨਾਂ ਨੇ ਲਪੇਟ ਲਏ ਸਾਰੇ ਦੇ ਸਾਰੇ, ਜਿਹੜਾ ਕਿ ਸੋ ਕਾਲਡ, ਅਸੀਂ ਨਹੀਂ ਕਹਿ ਸਕਦੇ ਕਿ ਸਾਰੀ ਹੀ ਦਮਦਮੀ ਟਕਸਾਲ ਦਾ ਮੁਖੀ ਹੈ, ਪਰ ਇੱਕ ਧਿਰ ਦਾ ਜਿਹੜਾ ਆਗੂ ਹੈ ਹਰਨਾਮ ਸਿੰਘ, ਉਸ ਦੇ ਅਧੀਨ ਬਾਕੀ ਸਾਰੇ ਸਾਧਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਸਾਰਿਆਂ ਨੇ ਹੱਕ ਦੇ ਵਿੱਚ ਇਹਨਾਂ ਦੇ ਜਾਣਾ। ਇੱਥੇ ਹੀ ਕਹਾਣੀ ਨਹੀਂ ਮੁੱਕਦੀ। ਕਹਾਣੀ ਇਸ ਤੋਂ ਵੀ ਅੱਗੇ ਹੈ ਕਿ ਜਿਹੜੇ
ਪ੍ਰਧਾਨ ਮੰਤਰੀ ਦੇ ਨਾਲ ਰਾਧਾ ਸਵਾਮੀ ਦੇ ਡੇਰੇ ਦਾ ਮੁਖੀ ਜਾ ਕੇ ਤਸਵੀਰਾਂ 'ਚ ਖੜਾ ਹੁੰਦਾ ਹੈ, ਜਿੱਥੇ ਇੱਕ ਪਾਸੇ ਅਮਿਤ ਸ਼ਾਹ ਅਕਾਲ ਤਖਤ ਦੇ ਜਥੇਦਾਰ ਨੂੰ ਉਸ ਦੀ ਤਸਵੀਰ, ਦੂਸਰੇ ਪਾਸੇ ਰਾਧਾ ਸਵਾਮੀ ਡੇਰੇ ਦਾ ਮੁਖੀ ਉਹ ਗੁਰਿੰਦਰ ਸਿੰਘ ਢਿੱਲੋਂ ਉਹ ਪ੍ਰਧਾਨ ਮੰਤਰੀ ਨੂੰ ਗਲਵੱਕੜੀ ਪਾਉਂਦਾ ਹੈ। ਇਹ ਸਾਰਾ ਜਿਹੜਾ ਲਾਣਾ ਸਾਧ ਲਾਣਾ ਜਿਸ ਕਿਸਮ ਦਾ ਇਹਨਾਂ ਦੀ ਵੋਟ ਤੇ ਹੁਣ ਅੱਖ ਹੈ, ਕਿਉਂਕਿ ਇਹਨਾਂ ਦੇ ਸ਼ਰਧਾਲੂ ਨੇ, ਅੰਨੇ ਸ਼ਰਧਾਲੂ ਪੰਜਾਬ 'ਚ ਨੇ। ਪੰਜਾਬ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦਾ ਉਦਮ ਹੋਇਆ, ਪੰਜਾਬ ਦੇ ਵਿੱਚ ਗੁਰੂਆਂ ਦਾ ਇਤਿਹਾਸ ਹੈ, ਪੰਜਾਬ ਦੇ ਵਿੱਚ ਸ਼ਹਾਦਤਾਂ ਦਾ ਇਤਿਹਾਸ ਹੈ, ਪੰਜਾਬ ਦੇ ਵਿੱਚ ਜ਼ਬਰ ਦੇ ਖਿਲਾਫ ਲੜਨ ਦਾ ਇਤਿਹਾਸ ਹੈ। ਪਰ ਪੰਜਾਬ ਦੇ ਵਿੱਚ ਇਹ ਸਾਰੇ ਦੇ ਸਾਰੇ ਪਣਪੇ ਨੇ ਤੇ ਇਹ ਸਾਰੇ ਦੇ ਸਾਰੇ ਇਹੀ ਕਹਿੰਦੇ ਨੇ ਕਿ ਸਾਰੀ ਵੋਟ ਮੇਰੇ ਕੋਲੇ ਹੈ। 5 ਕਰੋੜ 2 ਕਰੋੜ 10 ਕਰੋੜ ਪੂਰੇ ਭਾਰਤ ਦੇ, ਉੱਤਰੀ ਭਾਰਤ ਦੇ ਜਿਹੜੇ ਅੰਕੜੇ ਨੇ ਇਕੱਠੇ ਕਰੀ ਬੈਠੇ ਨੇ। ਡੇਰੇ ਵਾਲਾ ਇਕੱਲਾ ਹੀ ਕਹਿੰਦਾ ਮੇਰੇ ਕੋਲੇ 24-25 ਲੱਖ ਹੈ। ਸੋ ਇਹ ਸਾਰਾ ਕੁਝ ਜਿਹੜਾ ਹੈ, ਜਿੰਨਾ ਇਸ ਵੇਲੇ ਗੰਦਲਗਾ ਪਿਆ ਹੋਇਆ, ਇਸ ਗੰਦਲਗਾ ਦਾ ਜਿਹੜਾ ਨਤੀਜਾ ਹੈ, ਲੋਕਾਂ ਦੇ ਅੰਦਰ ਇੱਕ ਗਲਤ ਸੁਨੇਹੇ ਜਾਣ ਦੀ ਨੀਤੀ ਸਾਹਮਣੇ ਚੱਲ ਰਹੀ ਹੈ। ਸੋ ਜਿਹੜਾ ਇਹੀ ਭਾਜਪਾ ਤੋਂ ਬਾਅਦ ਆਮ ਆਦਮੀ ਪਾਰਟੀ ਜਾਂ ਬਾਕੀ ਪੋਲੀਟੀਕਲ ਪਾਰਟੀਆਂ, ਇਹਨਾਂ ਦੀ ਇਹ ਸਟ੍ਰੈਟਜੀ ਚੱਲ ਰਹੀ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਕਾਂਗਰਸ ਦਾ ਵੀ ਉਹ ਪੱਤਾ ਜਿਹੜਾ ਕਿ ਉਹ ਖੇਡ ਰਹੀ ਹੈ ਜਾਂ ਆਮ ਆਦਮੀ ਪਾਰਟੀ ਖੇਡ ਰਹੀ ਹੈ, ਉਹ ਸਾਹਮਣੇ ਪ੍ਰਤੱਖ ਹੈ ਕਿ ਗੱਲ ਵੋਟਾਂ ਦੇ ਧਰੁਵੀਕਰਨ ਦੀ ਹੈ। ਉਹ 'ਚ ਕੋਈ ਦੋ ਰਾਵਾਂ ਰਹਿ ਨਹੀਂ ਗਈਆਂ। ਜੇ ਮੋਦੀ ਦੀ ਜਿਹੜੀ ਫਿਰੋਜ਼ਪੁਰ ਦੀ ਫੇਰੀ ਖਟਾਈ 'ਚ ਪਈ, ਜਿਹੜਾ ਭਗਵੰਤ ਮਾਨ ਦਾ ਬਿਆਨ ਇਸ ਗੱਲ ਦਾ ਸੂਚਕ ਆ ਜੀ ਕਿ ਸਿਆਸਤ ਕਿਸ ਪਾਸੇ ਨੂੰ ਸੇ ਦਿੱਤਾ, ਕਿਸ ਹਲਕੇ ਨੂੰ ਜ਼ਿਆਦਾ ਜੋੜਨ ਦੀਆਂ ਗੱਲਾਂ ਹੋ ਰਹੀਆਂ, ਇੱਕ ਦੂਜੇ ਨੂੰ ਠਿੱਬੀ ਲਾ ਲਾ ਕੇ ਸਭ ਤੋਂ ਵੱਧ ਰਾਸ਼ਟਰਵਾਦੀ ਤੇ ਭਾਰਤ ਪੱਖੀ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਇਹ ਗੱਲ ਹੁਣ ਪੰਜਾਬ 'ਚ ਸੱਟ ਮਾਰੂਗੀ ਨਹੀਂ ਮਾਰੂਗੀ ਕੁਝ ਕਹਿਣਾ ਮੁਸ਼ਕਿਲ ਹੈ, ਕਿਉਂਕਿ ਮਾਹੌਲ ਇੱਦਾਂ ਦਾ ਬਣ ਗਿਆ, ਗੰਦਲਾ ਜਿਹਾ ਮਾਹੌਲ। ਇਸ ਵੇਲੇ ਤਾਂ ਇਹ ਅਨੁਮਾਨ ਲਾਉਣਾ ਹੀ ਬਹੁਤ ਔਖਾ ਹੋ ਗਿਆ ਕਿ ਕੀ ਬਣੂਗਾ। ਕਈ ਇਹਦੇ ਜੀ ਆਮ ਆਦਮੀ ਪਾਰਟੀ ਸਰਵੇਖਣ ਆ ਰਹੇ, ਸ਼ਾਇਦ ਸਰਕਾਰ ਬਣ ਜਾਏ। ਇਹੋ ਜਿਹੇ ਸਰਵੇਖਣ ਤਾਂ ਪਿਛਲੀ ਵਾਰੀ ਵੀ ਆਏ ਸੀਗੇ, ਜੋ 17 ਸੀਟਾਂ ਮਿਲੀਆਂ, ਉਦੋਂ ਇਹ ਰੋਣ ਲੱਗ ਪਏ ਕਿ ਸਾਨੂੰ ਸੀਟਾਂ ਵੱਧ ਨਹੀਂ ਮਿਲੀਆਂ, ਹਾਲਾਂਕਿ ਪ੍ਰਾਪਤੀ ਸੀ ਇਹਨਾਂ ਦੀ। ਹੁਣ ਵੀ ਹੋ ਸਕਦਾ ਸਰਕਾਰ ਬਣਾ ਜਾਣ, ਕੌਣ ਕਹਿ ਸਕਦਾ। ਮੈਂ ਤਾਂ ਕਹਿ ਨਹੀਂ ਸਕਦਾ, ਨਾ ਮੇਰੇ ਕੋਲ ਗੁੱਜਰ ਸਿੰਘ ਹੀ ਪਈ ਹੈ। ਪਰ ਮੈਂ ਇਹ ਜ਼ਰੂਰ ਮਹਿਸੂਸ ਕਰਦਾ ਕਿ ਜਿਸ ਕਿਸਮ ਦੀ ਸਿਆਸਤ ਖੇਡੀ ਜਾ ਰਹੀ ਹੈ, ਉਹ ਪੰਜਾਬ ਦੇ ਭਲੇ ਲਈ ਨਹੀਂ ਹੈ। ਲੌਂਗ ਟਰਮ ਲਈ ਇਹ ਬਹੁਤ ਨੁਕਸਾਨਦੇਹ ਹੋਊਗਾ। ਇਸ ਵੇਲੇ ਮਾਨ ਸਾਹਿਬ ਦੀ ਸਾਨੂੰ ਇਸ ਗੱਲ ਦੀ ਕਦਰ ਕਰਨੀ ਬਣਦੀ ਕਿ ਜਿਵੇਂ ਉਹਨਾਂ ਨੇ ਹਿਜਾਬ ਦੇ ਮੁੱਦੇ 'ਤੇ ਸਟੈਂਡ ਲਿਆ, ਡਟਵਾਂ ਸਟੈਂਡ, ਉਹ ਜਿਹਾ ਸਟੈਂਡ ਲੈਣ ਵਾਲੇ ਸਾਡੇ ਕੋਲ ਉੱਥੇ ਉਂਗਲਾਂ ਦੇ ਗਿਣਨ ਯੋਗ ਉਮੀਦਵਾਰ ਜਾਂ ਪਾਰਟੀ ਲੀਡਰ ਰਹਿ ਗਏ ਜੀ। ਵੈਸੇ ਮਾਨ ਸਾਹਿਬ ਦਾ ਟਰੈਕ ਰਿਕਾਰਡ ਪਿਛਲਾ ਵੀ ਬੜਾ ਕਲੀਅਰ ਹੈ। ਜਦੋਂ ਬਾਬਰੀ ਮਸਜਿਦ ਨੂੰ ਢਾਇਆ ਗਿਆ, ਉਦੋਂ ਸ਼ਾਇਦ ਤੁਹਾਨੂੰ ਯਾਦ ਹੋਊਗਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਉਸ ਗੱਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਵਤਾਰ ਸਿੰਘ ਹਿੱਤ ਵਰਗੇ ਉੱਥੇ ਅਯੋਧਿਆ ਵੀ ਗਏ ਹੋਏ ਸੀਗੇ। ਨਤੀਜਾ ਇਹ ਹੋਇਆ ਕਿ ਗੁਰਦੁਆਰੇ ਵੀ ਨਿਸ਼ਾਨੇ 'ਤੇ ਆ ਗਏ ਦੂਜੇ ਮੁਲਕਾਂ ਦੇ ਵਿੱਚ। ਸਿਮਰਨਜੀਤ ਸਿੰਘ ਮਾਨ ਨੇ ਬਿਆਨ ਦਿੱਤਾ ਸੀ ਠੋਕ ਵਜਾ ਕੇ ਕਿ ਅਸੀਂ ਬਾਬਰੀ ਮਸਜਿਦ ਦੇ ਹਮਲੇ ਦੀ ਨਿਖੇਧੀ ਕਰਦੇ ਹਾਂ। ਆਪਣੇ ਆਪ ਨੂੰ ਉਹਨਾਂ ਨੇ ਮੁੱਖ ਧਾਰਾ ਅਕਾਲੀ ਦਲ ਤੋਂ ਵੱਖਰਾ ਕਰਕੇ ਬਿਆਨ ਦੇ ਕੇ ਜ਼ਿੰਮੇਵਾਰੀ ਨਾਲ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਮਿਨੋਰਟੀ ਦਾ ਦਰ ਸਮਝਦੇ ਹਾਂ। ਪਰ ਉਹ ਇਸ ਤਰ੍ਹਾਂ ਦੀ ਜਿਹੜੀ ਸੋਚ ਹੈ, ਉੱਥੇ ਮੁੱਖ ਜਿਹੜੀਆਂ ਪਾਰਟੀਆਂ ਨੇ ਬਾਕੀ ਦੀਆਂ, ਚਾਹੇ ਆਮ ਆਦਮੀ ਪਾਰਟੀ ਲਾ ਲਓ, ਜਿਹਨੂੰ ਮਰਜ਼ੀ ਲਾ ਲਓ, ਉਹਨਾਂ ਵਿੱਚ ਅਲੋਪ ਹੋ ਚੁੱਕੀ ਹੈ। ਈਵਨ ਅਮਰਿੰਦਰ ਸਿੰਘ ਜਿੰਨੇ ਚਿਰ ਰਿਹਾ ਸੱਤਾ ਵਿੱਚ ਮੁੱਖ ਮੰਤਰੀ ਤੌਰ 'ਤੇ, ਉਸਨੇ ਵੀ ਜੇ ਧਿਆਨ ਨਾਲ ਵੇਖਿਆ ਜਾਵੇ ਜਨਸੰਖਿਆ ਦੀ ਬੋਲੀ ਬੋਲਦਾ ਰਿਹਾ। ਬਿਲਕੁਲ। ਕਸ਼ਮੀਰ 'ਚ ਇੱਕ ਵਿਅਕਤੀ ਨੂੰ ਜੀਪ 'ਤੇ ਬੰਨ੍ਹ ਕੇ ਗੇੜਾ ਦਿੱਤਾ ਗਿਆ, ਉਹਦੇ ਹੱਕ 'ਚ ਬੋਲਿਆ। ਉਸਨੇ ਇਸ ਗੱਲ 'ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਕਿ ਭਾਰਤ ਵਿੱਚ ਅਸਹਿਣਸ਼ੀਲਤਾ ਵਾਲਾ ਮਾਹੌਲ ਬਣਿਆ ਹੋਇਆ। ਲਗਾਤਾਰ ਉਸਨੇ ਬੀਜੇਪੀ ਦੀ ਬੋਲੀ। ਹੁਣ ਤਾਂ ਪ੍ਰਿਅੰਕਾ ਗਾਂਧੀ ਵਗੈਰਾ ਖੁਦ ਕਹੀ ਜਾਂਦੇ ਕਿ ਜਦੋਂ ਇਹ ਮੁੱਖ ਮੰਤਰੀ ਸੀਗਾ, ਉਹਨਾਂ ਦੇ ਇਸ਼ਾਰਿਆਂ 'ਤੇ ਕੰਮ ਕਰਦਾ ਸੀ, ਜਿਸ ਦਾ ਮਤਲਬ ਕਲੀਅਰ ਹੈ ਕਿ ਉਹ ਸ਼ਰੇਆਮ ਜਨਸੰਖਿਆ ਦੀ ਬੋਲੀ ਬੋਲ ਰਿਹਾ ਸੀ, ਉਹਨਾਂ ਦੇ ਪੈਰ ਲਾ ਰਿਹਾ ਸੀਗਾ। ਪੰਜਾਬ ਵਿੱਚ ਜਿਹੜੇ ਰਾਈਟ ਵਿੰਗ ਗਰੁੱਪ ਨੇ, ਉਹ ਅਮਰਿੰਦਰ ਸਿੰਘ ਨੂੰ ਛਲਾਉਂਦੇ ਰਹੇ ਨੇ ਕਿ ਜਦੋਂ ਉਸਨੇ ਕੁਝ ਲੋਕਾਂ ਦੀ ਗ੍ਰਿਫਤਾਰੀਆਂ ਕਰਾਈਆਂ, ਚਾਹੇ ਜੱਗੀ ਜੌਲ ਦਾ ਕੇਸ ਸੀਗਾ, ਉਦੋਂ ਤਾਰੀਫਾਂ ਦੇ ਪੁਲ ਬੰਨ ਦਿੱਤੇ ਗਏ। ਸੋ ਇਹਨਾਂ ਗੱਲਾਂ ਤੋਂ ਇਹੀ ਅਨੁਮਾਨ ਲਾਇਆ ਜਾ ਸਕਦਾ ਕਿ ਕਿਹੜੇ ਪਾਸੇ ਨਿਗਾਹ ਸਾਰਿਆਂ ਦੀ। ਜਿਹੜੇ ਮੁੱਦਿਆਂ ਦੀ ਅਸੀਂ ਗੱਲ ਕਰ ਰਹੇ ਉਸ ਪਾਸੇ ਇਹਨਾਂ ਦਾ ਕੋਈ ਧਿਆਨ ਨਹੀਂਗਾ, ਨਾ ਉਹਨਾਂ ਦੇ ਰਡਾਰ 'ਤੇ ਨੇ। ਇਹਨਾਂ ਲਈ ਮੁੱਦੇ ਹੀ ਹੋਰ ਨੇ ਕਿ ਸੱਤਾ 'ਚ ਕਿਵੇਂ ਆਉਣਾ ਅਤੇ ਬਹੁ ਗਿਣਤੀ ਨੂੰ ਕਿਵੇਂ ਨਾਲ ਜੋੜਨਾ, ਰਾਸ਼ਟਰਵਾਦ ਦੇ ਨਾਲ ਵੀ ਆਪਣਾ ਜਿਹੜਾ ਪਿਆਰ ਬਣਾ ਕੇ ਰੱਖਣਾ। ਇਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਜਿਹੜੀਆਂ ਕਿ ਪੰਜਾਬ ਲਈ ਲੌਂਗ ਟਰਮ ਵਾਸਤੇ ਬਹੁਤ ਨੁਕਸਾਨਦੇਹ ਹੋਣਗੀਆਂ। ਜਦੋਂ ਤੱਕ ਅਸੀਂ ਦੇਖਦੇ ਹਾਂ ਕਿ ਜਦੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਚੱਲਦੀ ਹੈ, ਪੰਜਾਬ ਦੇ ਪਾਣੀਆਂ ਦਾ ਮਸਲਾ, ਪਿਛਲੇ ਦਿਨ ਆਪ ਦੇ ਆਗੂ ਅਰਵਿੰਦ ਕੇਜਰੀਵਾਲ ਤੋਂ ਜਦੋਂ ਪੁੱਛਿਆ ਗਿਆ ਪੰਜਾਬ ਦੇ ਪਾਣੀ ਨੂੰ ਦਿੱਲੀ ਨੂੰ ਦਿੱਤਾ ਜਾ ਰਿਹਾ ਜਾਇਜ਼ ਹੈ, ਤੇ ਉਹਦਾ ਉੱਤਰ ਜੋ ਸੁਣਨ ਵਾਲਾ ਹੈ ਕਿ ਉਸ ਨੂੰ ਜਸਟੀਫਾਈ ਕਰ ਰਿਹਾ। ਕੀ ਜਵਾਬ ਹੈ, ਕੀ ਕਹਿ ਸਕਦੇ ਹਾਂ ਪੰਜਾਬ ਦੇ ਹੱਕ ਦੇ ਬਾਰੇ? ਹੋ ਸਕਦਾ ਇਸ ਗੱਲ ਨੂੰ ਤੁਸੀਂ ਆਪ ਜਾਣ ਸਕਦੇ ਹੋ ਕਿ ਕੀ ਪੋਜੀਸ਼ਨ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਦੇ ਉੱਪਰ ਇੱਕ ਵਾਰ ਨਹੀਂ ਅਨੇਕਾਂ ਵਾਰ ਪਾਰਟੀ ਦੇ ਨੁਮਾਇੰਦਾ ਝੂਠ ਬੋਲ ਚੁੱਕੇ ਨੇ। ਜਦੋਂ ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਇੱਕ ਨੂੰ ਛੱਡ ਕੇ ਦੂਸਰੇ ਨੂੰ ਅਸੀਂ ਇਸ ਕਰਕੇ ਅਪਣਾ ਲੈਂਦੇ ਹਾਂ ਕਿ ਲੁੱਟੂ ਸਾਰੇ ਹੀ ਨੇ, ਠੱਗ ਚਾਰੇ ਹੀ ਨੇ, ਚੋਰ ਸਾਰੇ ਹੀ ਨੇ, ਤੇ ਹੁਣ ਇੱਕ ਬਦਲਵੇਂ ਚੋਰ ਨੂੰ ਲੈ ਕੇ ਅਸੀਂ ਇਹ ਗੱਲ ਨੂੰ ਕਰੀਏ, ਤਾਂ ਫਿਰ ਪੰਜਾਬ ਦੇ ਵਿੱਚ ਚਾਹੇ ਕਾਂਗਰਸ ਹੈ, ਚਾਹੇ ਬੀਜੇਪੀ ਹੈ, ਚਾਹੇ ਅਕਾਲੀ ਨੇ,
ਚਾਹੇ ਆਮ ਆਦਮੀ ਪਾਰਟੀ ਹੈ ਜਾਂ ਹੋਰ ਸਾਰੇ ਨੇ ਜਿਹੜੇ ਰਵਾਇਤੀ ਪਾਰਟੀਆਂ ਦੇ ਆਗੂ ਨੇ, ਉਹਨਾਂ ਨੂੰ ਘੱਟ ਖਤਰਨਾਕ ਕਿਹੜਾ ਹੈ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਪੰਜਾਬ ਦਾ ਦੁਖਾਂਤ ਹੀ ਹੈ। ਪੰਜਾਬ ਦੇ ਸਾਹਮਣੇ ਅਜੇ ਤੱਕ ਇਹ ਤਸਵੀਰ ਉੱਭਰ ਕੇ ਨਹੀਂ ਆਈ ਕਿ ਖਤਰਨਾਕ ਘੱਟ ਜਾਂ ਵੱਧ ਨੂੰ ਛੱਡੋ, ਪੰਜਾਬ ਦੇ ਹਿੱਤ ਦਾ ਕੌਣ ਹੈ, ਪੰਜਾਬ ਦੀ ਗੱਲ ਕੌਣ ਕਰਦਾ ਹੈ, ਪੰਜਾਬ ਦੇ ਪਾਣੀਆਂ ਦੇ ਵਾਸਤੇ ਕੌਣ ਬੋਲਦਾ ਹੈ, ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਕਿਹੜਾ, ਪੰਜਾਬ ਦੇ ਅੰਦਰ ਬੇਅਦਬੀਆਂ ਦੇ ਖਿਲਾਫ ਆਵਾਜ਼ ਕੌਣ ਬੁਲੰਦ ਕਰ ਰਿਹਾ ਹੈ, ਪੰਜਾਬ ਨੂੰ ਨਸ਼ਿਆਂ ਦੀ ਗਲਤਾਨ ਚੋਂ ਕੌਣ ਕੱਢ ਸਕਦਾ ਹੈ, ਪੰਜਾਬ ਦੇ ਸਰਬਪੱਖੀ ਵਿਕਾਸ ਦੀ ਗੱਲ ਕੌਣ ਕਰ ਸਕਦਾ ਹੈ, ਪੰਜਾਬ ਦੀ ਜਿਹੜੀ ਬਹੁਤ ਸੱਭਿਆਚਾਰਕ ਸਾਂਝ ਹੈ ਕਿ ਜਿੱਥੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰਿਆਂ ਦਾ ਪਿਆਰ ਹੈ, ਉਸ ਨੂੰ ਕੌਣ ਲੈ ਕੇ ਜਾ ਸਕਦਾ। ਉਹ ਸਿਰਫ ਤੇ ਸਿਰਫ ਇਹ ਹੋ ਸਕਦਾ ਕਦੇ ਪੰਜਾਬ ਦੀ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਚਾਹੇ ਉਹ ਸਿੱਖ ਰਾਜ ਤੇ ਖਾਲਸਾ ਰਾਜ ਸੀ, ਪਰ ਉਸ ਰਾਜ ਦੇ ਵਿੱਚ ਰਾਜ਼ੀ ਬਹੁਤ ਹਿੰਦੂ ਮੁਸਲਮਾਨ ਰਹਿੰਦੇ। ਜਦੋਂ ਸਾਰੇ ਹੀ ਰਾਜ਼ੀ ਰਹਿੰਦੇ ਸੀ, ਉਹਨਾਂ ਦੀ ਸੋਚ ਪੰਜਾਬ ਦੀ ਧਰਤੀ ਤੇ ਕਿਸੇ ਸਮੇਂ ਸੀ। ਅੱਜ ਜਦੋਂ ਅਸੀਂ ਗੱਲ ਕਰਦੇ ਹਾਂ, ਅੱਜ ਤਾਂ ਇਉਂ ਲੱਗਦਾ ਹੈ ਕਿ ਉਹ ਕਦੇ ਹੋਇਆ ਹੋਏਗਾ ਐਸਾ ਰਾਜ ਪੰਜਾਬ ਦੀ ਧਰਤੀ ਤੇ ਕਿ ਘੱਟ ਗਿਣਤੀ ਹੋਣ ਸਿੱਖ, ਰਾਜ ਉਹ ਕਰ ਰਹੇ ਹੋਣ, ਬਹੁ ਗਿਣਤੀ ਹਿੰਦੂ ਤੇ ਮੁਸਲਮਾਨ ਹੋਣ, ਪਰ ਉਹਨਾਂ ਦੇ ਰਾਜ ਤੋਂ ਸੰਤੁਸ਼ਟ ਸਾਰੇ ਹੋਣ। ਇਹੋ ਜਿਹੀ ਜਿਹੜੀ ਧਰਮ ਨਿਰਪੱਖਤਾ ਦੇ ਅੱਜ ਜਿਹੜੇ ਟਕਵੰਜ ਨੇ ਉਹ ਤਾਂ ਨੰਗੇ ਹੋ ਚੁੱਕੇ ਨੇ, ਪਰ ਸਾਂਝੀਵਾਲਤਾ ਜਿਹੜੀ ਗੁਰੂਆਂ ਦੀ ਸਾਂਝੀਵਾਲਤਾ, ਇਹ ਮਿਸਾਲ ਪੰਜਾਬ ਦੀ ਧਰਤੀ ਤੇ ਰਹੀ ਹੈ, ਪਰ ਅੱਜ ਇਹ ਬਿਲਕੁਲ ਹੀ ਗਰਕ ਗਿਆ। ਦੇਖੋ, ਪੰਜਾਬ ਵਿੱਚ ਤਾਂ ਸਾਡੇ ਕੋਲ ਬੜੇ ਬਿੰਬ ਨੇ ਜਿਹੜੇ ਇਸ ਕਿਸਮ ਦੀ ਗੱਲ ਮਤਲਬ ਖੜੀ ਕਰ ਸਕਦੇ ਜੀ, ਇਸ ਕਿਸਮ ਦਾ ਨਿਜ਼ਾਮ ਲੈ ਕੇ ਆ ਸਕਦੇ ਜੀ। ਮਿਸਾਲ ਤੌਰ ਤੇ ਬੰਦਾ ਸਿੰਘ ਬਹਾਦਰ ਦੀ ਗੱਲ ਕਰ ਲਓ, ਹਾਂ, ਉਸ ਦੇ ਨਿਜ਼ਾਮ ਵਿੱਚ ਵੀ ਕਾਫੀ ਕੁਝ ਵਧੀਆ ਸੀਗਾ। ਮਿਹਨਤਕਸ਼ਾਂ ਨੂੰ ਜ਼ਮੀਨਾਂ ਵੰਡੀਆਂ ਗਈਆਂ। ਅੱਜ ਉਹ ਮਾਡਲ ਸਾਡੇ ਸਾਹਮਣੇ ਹੈ, ਪਰ ਅਸੀਂ ਉਸ ਆਦਰਸ਼ ਤੋਂ ਬਹੁਤ ਦੂਰ ਜਾ ਚੁੱਕੇ ਹਾਂ। ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਇਹ ਸੀਗਾ, ਫਾਂਸੀ ਦੀ ਸਜ਼ਾ ਉਸਨੇ ਤੋੜੀ, ਲੋਕਾਂ ਦੀ ਸ਼ਿਕਾਇਤਾਂ ਸੁਣਨ ਦਾ ਉਸਨੇ ਆਪਣਾ ਜੇਰਾ ਰੱਖਿਆ, ਔਰ ਹਰੇਕ ਧਰਮ ਦੇ ਨਾਲ ਬਰਾਬਰ ਦਾ ਸਤਿਕਾਰ। ਅੱਜ ਅਸੀਂ ਉਸ ਸੋਚ ਤੋਂ ਵੀ ਬਹੁਤ ਦੂਰ ਜਾ ਚੁੱਕੇ ਹਾਂ। ਔਰ ਫਿਰ ਤੁਸੀਂ ਵੇਖੋ ਕਿ ਜਿਹੜਾ ਭਗਤ ਰਵਿਦਾਸ ਦੀ ਆਪਾਂ ਗੱਲ ਕਰ ਲਈ, ਜਿਨ੍ਹਾਂ ਦਾ ਦਿਨ ਮੇਰਾ ਖਿਆਲ ਅੱਜ ਕੱਲ੍ਹ ਇਹਨਾਂ ਦਿਨਾਂ 'ਚ ਮਨਾਇਆ ਜਾ ਰਿਹਾ, ਉਹਨਾਂ ਨੇ ਵੀ ਬੇਗਮਪੁਰੇ ਦੀ ਗੱਲ ਕੀਤੀ। ਬਿਲਕੁਲ, ਅੱਜ ਬੇਗਮਪੁਰੇ ਵਾਲੀ ਗੱਲ ਤੋਂ ਵੀ ਅਸੀਂ ਦੂਰ ਹਾਂ। ਉਹਨਾਂ ਦੀ ਆਪਣੀ ਪਾਰਟੀ ਜਿਹੜੀ BSP ਵਾਲੇ ਜਿਹੜੇ ਆਪਣੇ ਆਪ ਨੂੰ ਬਹੁਤ ਰਵਿਦਾਸੀ ਵਿਖਾਉਂਦੇ ਨੇ ਜਾਂ ਦਲਿਤ ਵਿਖਾਉਂਦੇ ਨੇ, ਅੱਜ ਉਹ ਵੀ ਉਸ ਸੋਚ ਤੋਂ ਦੂਰ ਹੋ ਕੇ ਅਕਾਲੀਆਂ ਦੇ ਮੋਢੇ ਚੜੇ ਫਿਰਦੇ ਨੇ ਉੱਥੇ। ਸੋ ਕਿਹੜਾ ਕਰੂਗਾ ਉੱਥੇ? ਬੇਗਮਪੁਰਾ ਕੌਣ ਲਿਆਉਣ ਲਈ ਵਚਨਬੱਧ ਆ? ਜਿਹੜਾ ਮਹਾਰਾਜਾ ਰਣਜੀਤ ਸਿੰਘ ਵਰਗਾ ਇੱਕ ਆਦਰਸ਼ਵਾਦੀ ਰਾਜ ਕਾਇਮ ਕਰਨ ਲਈ ਕਿਹੜਾ ਉੱਥੇ ਵਚਨਬੱਧ ਹੈ? ਬੰਦਾ ਸਿੰਘ ਬਹਾਦਰ ਵਰਗਾ ਜਿਹੜਾ ਸਟੇਟ ਸੀਗਾ, ਉਹ ਖੜੀ ਕਰਨ ਦੀ ਦ੍ਰਿੜਤਾ ਕਿਸ ਕੋਲ ਹੈ? ਇਹ ਸਵਾਲ ਲੋਕੀ ਕਰਨ ਉਹਨਾਂ ਨੂੰ। ਹਾਲਾਤ ਤਾਂ ਮਤਲਬ ਵੱਧ ਤੋਂ ਬੱਤਰ ਹੋਏ ਨੇ। ਸੋ ਇਹ ਬਹੁਤ ਇੱਕ ਬੇਚੈਨੀ ਵਾਲਾ ਮਾਹੌਲ ਹੈ। ਔਰ ਜਿਸ ਤਰ੍ਹਾਂ ਇਸ ਇਲੈਕਸ਼ਨ ਵਿੱਚ ਲੋਕ ਕਹਿੰਦੇ ਨੇ ਕਿ ਇਹ ਇਲੈਕਸ਼ਨ ਡਿਫਰੈਂਟ ਹੈ, ਮੈਨੂੰ ਵਾਕਈ ਲੱਗਣ ਲੱਗ ਪਿਆ ਡਿਫਰੈਂਟ ਹੈ। ਡਿਫਰੈਂਟ ਇਸ ਰੂਪ 'ਚ ਹੈ ਕਿ ਐਤਕੀ ਤਾਂ ਸਮਝ ਹੀ ਨਹੀਂ ਆ ਰਹੀ ਕਿ ਉੱਥੇ ਬਣੂਗੀ, ਔਰ ਕਿਧਰੇ ਨਾ ਕਿਧਰੇ ਜਿਹੜੀ ਸੀਰੀਅਸਨੈਸ, ਗੰਭੀਰਤਾ, ਉਹ ਅਲੋਪ ਹੋਈ ਨਜ਼ਰ ਆ ਰਹੀ। ਜਿਹੜੇ ਅਹਿਮ ਮੁੱਦੇ ਨੇ ਉਹਨਾਂ 'ਤੇ ਗੱਲ ਨਹੀਂ ਹੋ ਰਹੀ, ਤੂੰ ਮੈਂ ਜਾਂ ਪਾਕਿਸਤਾਨ ਦਾ ਹੋਊਗਾ, ਮਤਲਬ ਬੇਹੂਦੇ ਕਿਸਮ ਦੀਆਂ ਗੱਲਾਂ ਉੱਥੇ ਹੋ ਰਹੀਆਂ। ਸੋ ਕੀ ਕਿਹਾ ਜਾਵੇ ਤੇ ਕੀ ਨਾ ਕਿਹਾ ਜਾਵੇ, ਅਗਾਂਹ ਵੇਖਦੇ। ਹੁਣ ਲੋਕਾਂ ਨੇ ਚੋਣ ਕਰਨੀ ਹੈ, ਅਸੀਂ ਤਾਂ ਲੋਕਾਂ ਨੂੰ ਇਹੀ ਤਾੜਨਾ ਕਰ ਸਕਦੇ ਹਾਂ ਬਤੌਰ ਮੀਡੀਆ ਕਿ ਘੱਟੋ ਘੱਟ ਜੋ ਹਿੰਦੂਤਵਾ ਦਾ ਬੋਲਬਾਲਾ ਸਾਰੇ ਹਿੰਦੁਸਤਾਨ 'ਚ ਪਸਰਿਆ ਹੋਇਆ, ਘੱਟ ਗਿਣਤੀਆਂ ਲਈ ਹਾਲਾਤ ਰੋਜ਼ ਵਿਗੜਦੇ ਜਾ ਰਹੇ ਨੇ, ਲੋਕਾਂ ਦੀ ਬੋਲਣ ਦੀ ਆਜ਼ਾਦੀ ਨੂੰ ਖੋਇਆ ਜਾ ਰਿਹਾ। ਇਹੋ ਜਿਹੇ ਮਾਹੌਲ ਦੇ ਵਿੱਚ ਉਹੋ ਜਿਹੀ ਵਿਚਾਰਧਾਰਾ ਦੇ ਪੈਰ ਪੰਜਾਬ 'ਚ ਨਾ ਲੱਗਣ ਦਿਓ। ਇਹਦਾ ਹੱਲ ਤੁਹਾਡੇ ਕੋਲ ਆ, ਸਾਡੇ ਕੋਲ ਨਹੀਂਗਾ। ਅਸੀਂ ਸਿਰਫ ਤੁਹਾਨੂੰ ਸਮੱਸਿਆ ਦੱਸ ਸਕਦੇ। ਬਿਲਕੁਲ, ਸੋਝੀ ਤੁਹਾਡੇ ਕੋਲ ਆ। ਤੁਸੀਂ ਸੋਚਣਾ ਵੀ ਇਹਦੇ ਵਿੱਚੋਂ ਕਿਹੜਾ ਵਿਅਕਤੀ ਦ੍ਰਿੜ ਹੋ ਕੇ ਇਸ ਸੋਚ ਦੇ ਖਿਲਾਫ ਖੜਾ ਹੋ ਸਕਦਾ। ਕੁਝ ਕੁ ਨਾਵਾਂ ਵੱਲ ਇਸ਼ਾਰਾ ਕੀਤਾ, ਸਾਨੂੰ ਨਹੀਂ ਪਤਾ ਉਹ ਵਿਚਾਰੇ ਕਿਸ ਹਾਲਤ ਵਿੱਚ ਨੇ, ਕਿ ਤੁਸੀਂ ਉਹਨਾਂ ਦੀ ਮਦਦ ਕਰਨੀ ਚਾਹੁੰਦੇ ਹੋ, ਨਹੀਂ ਕਰਨੀ ਚਾਹੁੰਦੇ, ਇਹ ਵੀ ਤੁਹਾਡੇ 'ਤੇ ਛੱਡ ਦਿੱਤਾ। ਪਰ ਮੁੱਖ ਤੌਰ 'ਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਉਹਨਾਂ ਚੰਦ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਲਗਾਤਾਰ ਮੋਦੀ ਨੂੰ ਚੈਲੰਜ ਮਿਲਦਾ ਆ ਰਿਹਾ। ਇਸ ਗੌਰਵਮਈ ਇਤਿਹਾਸ ਨੂੰ ਕਲੰਕਿਤ ਨਾ ਹੋਣ ਦਿਓ। ਗੁਰਪ੍ਰੀਤ ਸਿੰਘ ਜੀ, ਤੁਹਾਡੇ ਵਿਚਾਰਾਂ ਲਈ ਤਹਿ ਦਿਲੋਂ ਸ਼ੁਕਰੀਆ, ਧੰਨਵਾਦ। ਸ਼ੁਕਰੀਆ। ਅਖੀਰ ਦੇ ਵਿੱਚ ਪੰਜਾਬ ਦੇ ਦੁਨੀਆ ਭਰ ਦੇ ਵਿੱਚ ਕੋਨੇ-ਕੋਨੇ 'ਚ ਬੈਠੇ, ਖਾਸ ਤੌਰ 'ਤੇ NRI ਵੀ ਅਤੇ ਆਮ ਤੌਰ 'ਤੇ ਪੰਜਾਬ ਦੀ ਧਰਤੀ ਦੇ ਵਸਨੀਕ, ਇੱਕੋ ਹੀ ਗੱਲ ਹੈ ਕਿ ਪੰਜਾਬ ਉਹ ਧਰਤੀ ਹੈ ਜਿਸ ਧਰਤੀ ਨੇ ਇੱਕ ਐਸਾ ਸਿਸਟਮ ਦਿੱਤਾ ਜਿਹੜਾ ਕਿ ਦੁਨੀਆ ਦੇਖਦੀ ਸੀ। ਜੇ ਅੱਜ ਅਸੀਂ ਬੰਦਾ ਸਿੰਘ ਬਹਾਦਰ ਦੇ ਕਿਸਾਨ ਪੱਖੀ ਸੋਚ ਦੀ ਜਾਂ ਕਿਸਾਨਾਂ ਨੂੰ, ਹਲ ਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦੀ ਗੱਲ ਕਰਦੇ ਹਾਂ, ਤਾਂ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਉਸੇ ਪੰਜਾਬ ਦੀ ਧਰਤੀ 'ਤੇ ਸੀ। ਅਤੇ ਉਸੇ ਪੰਜਾਬ ਦੀ ਧਰਤੀ 'ਤੇ ਹੀ ਜਦੋਂ ਵੱਖ-ਵੱਖ ਮਿਸਲਾਂ ਨੇ ਪੀੜਤਾਂ ਦੀ ਬਾਂਹ ਫੜੀ ਅਤੇ ਰੰਗ, ਨਸਲ, ਧਰਮ ਨੂੰ ਇੱਕ ਪਾਸੇ ਕਰਕੇ ਜ਼ਬਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ, ਉਸੇ ਪੰਜਾਬ ਦੀ ਧਰਤੀ ਜਿੱਥੇ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਦੁਨੀਆ ਨੂੰ ਦੱਸਿਆ ਕਿ ਰਾਜ ਕਿਵੇਂ ਕਰੀਦਾ, ਰਾਜਨੀਤੀ ਕਿਸ ਕਿਸਮ ਦੀ ਹੁੰਦੀ ਹੈ। ਵੱਖ-ਵੱਖ ਵੰਨ-ਸੁਵੰਨਤਾ ਅਤੇ ਦੁਨੀਆ ਦੇ ਵੱਡੇ ਜਰਨੈਲ ਉਹਨਾਂ ਕੋਲ ਨੌਕਰੀਆਂ ਕਰਨ ਆਉਂਦੇ ਸਨ। ਇਹ ਜੀਵਨ ਪੱਧਰ ਜਾਂ ਉਸ ਵੇਲੇ ਆਰਥਿਕਤਾ ਸੀ।
ਵਿਦਿਅਕ ਪੱਧਰ ਜਾਂ ਉਸ ਵੇਲੇ ਵੰਨ-ਸੁਵੰਨਤਾ ਸੀ। ਸੋ ਅੱਜ ਪੰਜਾਬ ਬਿਲਕੁਲ ਇਸ ਵੇਲੇ ਲੱਗਦਾ ਹੈ ਕਿ ਇੱਕ ਐਸੇ ਚੁਰਾਹੇ ਤੇ ਖੜਾ ਹੈ ਜਿੱਥੇ ਉਸ ਦਾ ਵਾਲੀ ਵਾਰਸ ਕੌਣ ਹੈ ਜਾਂ ਉਸ ਨੂੰ ਕੌਣ ਅਗਵਾਈ ਦੇਵੇ, ਕੁਝ ਸਮਝ ਨਹੀਂ ਆਉਂਦਾ। ਅੱਖਾਂ ਖੋਲ੍ਹੀਏ, ਆਪਣੇ ਦਲਾਂ ਦੇ ਵਿੱਚ ਜਾਂ ਰਾਜਨੀਤੀ ਦੇ ਉਸ ਗਰਕ ਹੋ ਜਾਣ ਦੇ ਵਿੱਚੋਂ ਬਾਹਰ ਨਿਕਲੀਏ, ਜ਼ਮੀਰ ਦੀ ਸੋਚ ਦੀ ਵਿਚਾਰ ਦੀ ਗੱਲ ਕਰੀਏ ਤੇ ਗੁਰੂਆਂ ਦੇ ਸਿਰਜੇ ਸਿਧਾਂਤ ਨੂੰ ਦੇਖੀਏ। ਦੁੱਖ ਇਸ ਗੱਲ ਦਾ ਹੈ ਕਿ ਰਸਤਾ ਦਿਖਾਉਣ ਵਾਲੇ ਗੁੰਮਰਾਹ ਹੋਏ ਨੇ। ਸਾਡੇ ਆਗੂ ਉਹਨਾਂ ਲੋਕਾਂ ਦੇ ਗਲਾਂ 'ਚ ਹਾਰ ਪਾ ਰਹੇ ਨੇ ਜਿਹੜੇ ਸਾਡੇ ਖੂਨ ਦੇ ਲਈ ਪਿਆਸੇ ਸਨ, ਜਾਂ ਉਹ ਲੋਕ ਮੁੜ-ਮੁੜ ਸੱਤਾ ਤੇ ਆ ਰਹੇ ਨੇ ਜਿਨ੍ਹਾਂ ਦੇ ਹੱਥ ਲਹੂ ਨਾਲ ਰੰਗੇ ਹੋਏ ਨੇ, ਜਾਂ ਉਹ ਲੋਕ ਜਿਹੜੇ ਪੰਜਾਬ ਦੀ ਧਰਤੀ ਨੂੰ, ਪਾਣੀਆਂ ਨੂੰ ਵੰਡ ਰਹੇ ਨੇ। ਇਹਨਾਂ ਸਾਰਿਆਂ ਤੋਂ ਬਚ ਗਏ ਜਿਹੜੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ, ਪੀੜਤਾਂ ਦੇ ਹੱਕ ਦੀ ਗੱਲ ਕਰਦੇ ਨੇ। ਉਹਨਾਂ ਦੀ ਆਵਾਜ਼ ਪੁੱਛੀਏ ਤੇ ਉਹਨਾਂ ਦੀ ਆਵਾਜ਼ ਬਣੀਏ। ਪੰਜਾਬ ਨੂੰ ਬਚਾਉਣਾ ਹੈ ਅਸੀਂ ਸਾਰਿਆਂ ਨੇ, ਤੇ ਪੰਜਾਬ ਕਿਰਸਾਨੀ ਸੋਚ ਨੂੰ ਸਮਰਪਿਤ ਅਗਵਾਈ ਦੇਣ ਵਾਲਾ ਹੈ। ਪੰਜਾਬ ਜ਼ੁਲਮ ਦੇ ਖਿਲਾਫ ਲੜਨ ਵਾਲਾ ਹੈ। ਲੋਕਾਂ ਦੀ ਭੀੜ ਬਣੀ ਬਾਹਰ, ਤੂੰ ਅੰਦਰ ਛੁਪ ਕੇ ਬੈਠਾ ਹੈ ਫਟ ਤੇਗ, ਬਚਾ ਮਜ਼ਲੂਮਾਂ ਨੂੰ ਦੜ ਵੱਟ ਕੇ ਸੌਣਾ ਠੀਕ ਨਹੀਂ। ਜਦ ਜ਼ੁਲਮ ਸਿਤਮ ਦੀ ਹੱਦ ਹੋਵੇ, ਜਦ ਚਾਰਾ ਕੋਈ ਚੱਲੇ ਨਾ, ਤਦ ਸੀਸ ਕਟਾਉਣਾ ਚੰਗਾ ਹੈ ਪਰ ਸੀਸ ਝੁਕਾਉਣਾ ਠੀਕ ਨਹੀਂ। ਉਲਫਤ ਬਾਜਵਾ ਸਾਹਿਬ ਦੇ ਇਹਨਾਂ ਸ਼ਬਦਾਂ ਦੇ ਨਾਲ ਗੈਰਤਮੰਦ ਉਹ ਲੋਕ ਜਿਹੜੇ ਜ਼ੁਲਮ ਦੇ ਖਿਲਾਫ ਲੜ ਰਹੇ ਨੇ, ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਦੇ ਹੋਏ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਆਪ ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।